ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਕਿਤਾਬ ਪੜ੍ਹ ਰਹੇ ਹਾਂ ਦ ਸੌਫਟ ਟਾਰਗੇਟ ਜੀ, ਜਿਹੜੀ 1999 ਦੇ ਵਿੱਚ ਕੈਨੇਡਾ ਦੇ ਵਿੱਚ ਲਿਖੀ ਗਈ ਸੀ। ਅਤੇ ਦੋ ਕੈਨੇਡੀਅਨ ਲਿਖਾਰੀ ਨੇ ਜਿਹੜੇ ਜਰਨਲਿਸਟ ਉੱਥੇ ਦੇ ਸੀਗੇ, ਇਨਵੈਸਟੀਗੇਟਿਵ ਜਰਨਲਿਸਟ। ਅਤੇ ਉਹਨਾਂ ਨੇ ਜਿਹੜਾ ਭਾਰਤੀ ਏਜੰਸੀਆਂ ਦਾ, ਭਾਰਤੀ ਸਰਕਾਰ ਦਾ ਅਤੇ ਹਿੰਦੂ ਬਹੁ ਗਿਣਤੀ ਦਾ ਜਿਹੜਾ ਸਿੱਖਾਂ ਪ੍ਰਤੀ ਦੁਸ਼ਮਣੀ ਵਾਲਾ ਨਜ਼ਰੀਆ ਆ ਵੀ ਉਹਦੀ ਤਹਿ ਤੱਕ ਜਾ ਕੇ ਅਤੇ ਛਾਣਬੀਣ ਕਰਕੇ ਅਤੇ ਉਹ ਸਾਰੇ ਜਿਹੜੇ ਦਾ ਰੋਲ ਸੀਗਾ ਵੀ ਜਿਹੜਾ 1985-86 ਦੇ ਵਿੱਚ ਕਨਿਸ਼ਕਾ ਜਹਾਜ਼ ਸੁੱਟਿਆ ਗਿਆ ਸੀ, ਜਿਹਦੇ ਵਿੱਚ 329 ਬੰਦੇ ਮਰੇ ਸੀ, ਜਿਨ੍ਹਾਂ ਵਿੱਚੋਂ ਮੈਜੋਰਟੀ ਜਿਹੜੀ ਉਹ ਸਿੱਖਾਂ ਦੀ ਸੀ ਜੀ। ਅਤੇ ਉਹਦੇ ਵਿੱਚ ਉਹਦੇ ਬਾਰੇ ਕਿਤਾਬ ਜਿਹੜੀ ਲਿਖੀ ਵੀ ਕਿੱਥੇ ਕਿੱਥੇ ਕਿੱਦਾਂ ਘੁਸਪੈਠ ਕੀਤੀ ਗਈ ਇਹਨਾਂ ਵੱਲੋਂ, ਭਾਰਤੀ ਏਜੰਸੀਆਂ ਵੱਲੋਂ, ਅਤੇ ਕਿਵੇਂ ਉਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨੇ ਦਾ ਜਿਹੜਾ ਸਾਰਾ ਇਹ ਕੋਝਾ ਯਤਨ ਆ ਵੀ ਉਹ ਨੇਪਰੇ ਚਾੜ੍ਹਿਆ, ਅਤੇ ਉਹਦੇ ਵਿੱਚ ਕਿਹੜੇ ਕਿਹੜੇ ਬੰਦੇ ਜਿਹੜੇ ਆ ਵੀ ਉਹ ਇਨਵੋਲਵ ਸੀਗੇ। ਅਤੇ ਉਹ ਸਾਰਾ ਜਿਹੜਾ ਆ ਵੀ ਇਹ ਕਿਤਾਬ ਤਾਂ ਕਰਕੇ ਵੀ ਸਾਡੇ ਲਈ ਪੜ੍ਹਨੀ ਜ਼ਰੂਰੀ ਆ ਵੀ ਇੱਕ ਤਾਂ ਇਹ ਵੀ ਜਦੋਂ ਛਪੀ ਉਦੋਂ ਹੀ ਇਹ ਭਾਰਤ ਦੇ ਵਿੱਚ ਬੈਨ ਕਰ ਦਿੱਤੀ ਗਈ ਸੀ ਜੀ। ਅਤੇ ਦੂਜਾ ਇਹ ਵੀ ਅੱਜ ਕੱਲ੍ਹ ਹੁਣ ਕਹਿ ਲਓ ਕੋਈ 30 ਸਾਲ ਤੋਂ ਉੱਪਰ ਹੋ ਗਿਆ ਸਮਾਂ ਕਿਤਾਬ ਨੂੰ, ਅਤੇ ਤਕਰੀਬਨ ਆਊਟ ਆਫ ਪ੍ਰਿੰਟ ਆ। ਕਿਤੇ ਜਿਹੜੀਆਂ ਔਨਲਾਈਨ ਵੈਬਸਾਈਟਸ ਨੇ ਵੀ ਉਹ ਕਿਤੇ ਕਿਤੇ ਮਿਲ ਜਾਂਦੀ ਆ ਕਿਤਾਬ, ਪਰ ਅਦਰਵਾਈਜ਼ ਮਤਲਬ ਵੀ ਲੱਭਣੀ ਜਿਹੜੀ ਆ ਵੀ ਉਹ ਮੁਸ਼ਕਿਲ ਕੰਮ ਆ। ਅਤੇ ਅਸੀਂ ਸੋਚਿਆ ਵੀ ਇਹਨੂੰ ਪੜ੍ਹ ਕੇ ਜੀ ਅਤੇ ਸਰੋਤਿਆਂ ਦੇ ਨਾਲ ਸਾਂਝਾ ਕਰੀਏ ਵੀ ਤਾਂ ਕਿ ਵੀ ਜਿਹੜੀ ਅਗਲੀ ਜਨਰੇਸ਼ਨ ਆ ਸਾਡੀ ਹੁਣ ਦੀ ਜਿਹੜੇ ਨੌਜਵਾਨ ਪੀੜ੍ਹੀ ਆ ਵੀ ਉਹਨਾਂ ਨੂੰ ਵੀ ਇਹ ਸਾਰਾ ਜਿਹੜਾ ਵਰਤਾਰਾ ਆ ਵੀ ਇਹਦੇ ਬਾਰੇ ਜਾਣਕਾਰੀ ਜਿਹੜੀ ਆ ਵੀ ਉਹ ਮਿਲੇ। ਕਿਉਂਕਿ ਜਦੋਂ ਅਸੀਂ ਕਹਿ ਲਓ ਵੀ ਟੀਨਏਜਰ ਸੀਗੇ, ਸਾਨੂੰ ਕੁਛ ਨਹੀਂ ਪਤਾ ਵੀ 47 ਤੋਂ ਪਹਿਲਾਂ ਕਿਹਨੇ ਕੀ ਕੀਤਾ ਅਤੇ ਕਿਹਦੀਆਂ ਮੂਰਖਤਾਈਆਂ ਸੀ, ਕਿਹਨੇ ਕੌਮ ਦੇ ਨਾਲ ਵਫਾਦਾਰੀ ਕੀਤੀ ਅਤੇ ਕਿਹਨੇ ਗੱਦਾਰੀ ਕੀਤੀ ਆ। ਜੀ। ਉਹੀ ਹੁਣ ਸਾਨੂੰ ਲੱਗਣ ਲੱਗ ਪਿਆ ਵੀ ਜਿਹੜਾ ਇਹ ਅੱਜ ਦੀਆਂ ਜਿਹੜੀ ਨੌਜਵਾਨ ਪੀੜ੍ਹੀ ਆ ਵੀ ਇਹਨੂੰ ਬਹੁਤੇ ਜਿਹੜੇ ਪਿੱਛੇ ਜੋ ਹੋ ਚੁੱਕਿਆ ਉਹਦੇ ਬਾਰੇ ਜਾਣਕਾਰੀ ਦੀ ਅਣਹੋਂਦ ਕਰਕੇ ਜਿਹੜਾ ਮਰਜ਼ੀ ਵਰਗਲਾ ਲੈਂਦਾ ਆ, ਝੂਠ ਬੋਲ ਕੇ ਅਤੇ ਜਿਹਨੂੰ ਕਹਿੰਦੇ ਵੀ ਸਪਿਨ ਕਰਕੇ ਕਹਾਣੀ ਨੂੰ, ਬਿਲਕੁਲ, ਅਤੇ ਹੋਰ ਹੀ ਰੰਗ ਜਿਹੜਾ ਉਹ ਦੇ ਦਿੱਤਾ ਜਾਂਦਾ। ਅਤੇ ਬਾਕੀ ਇਹਦੇ ਵਿੱਚ ਇਹ ਵੀ ਆ ਜਾਂਦਾ ਵੀ ਜਿਹੜੀਆਂ ਕੁਛ ਸਾਡੀ ਇਤਿਹਾਸ ਬਾਰੇ ਵੀ ਜਿਹੜਾ ਬਾਹਰੋਂ ਕੋਈ ਦੇਖਦਾ ਆ ਅਤੇ ਉਹ ਜਿਸ ਹਿਸਾਬ ਨਾਲ ਸਾਡੇ ਇਤਿਹਾਸ ਨੂੰ ਦੇਖਦਾ ਉਹ ਵੀ ਸਾਡੇ ਲਈ ਸਮਝਣਾ ਅਤੇ ਉਹਨੂੰ ਸਹੀ ਕਰਨਾ ਜਿਹੜਾ ਵੀ ਉਹ ਜ਼ਰੂਰੀ ਹੋ ਜਾਂਦਾ। ਬਿਲਕੁਲ। ਵੀ ਜਿਵੇਂ ਇੱਥੇ ਹੁਣ ਉਹ ਲਿਖਦੇ ਆ ਵੀ the one thing that continued to elude the followers of Guru Nanak and Guru Gobind Singh was a homeland they could call their own. They inhabited the fertile plains of the Punjab, literally meaning 5 rivers, in northwestern Indian subcontinent. The Punjab was historically the point of entry for invaders such as Alexander the Great, and it was always the Sikhs who bore the first brunt of the invasion. The Punjab was also the place where these invaders settled down and intermarried, a fact that explains the lighter skin tone and eye color of many Sikhs. ਹੁਣ ਇਹਦੇ ਵਿੱਚ ਕੁਛ ਤੇ ਗੱਲਾਂ ਇਹ ਆ ਵੀ ਜਿੱਦਾਂ ਉਹ ਕਹਿੰਦੇ ਵੀ ਇਹ ਠੀਕ ਆ ਵੀ ਪੰਜਾਬ ਤੇ ਹਮੇਸ਼ਾ ਐਂਟਰੀ ਪੁਆਇੰਟ ਰਿਹਾ ਜੀ, ਪਰ ਜਿਹੜਾ ਉਹ ਕਹਿੰਦੇ ਆ ਨਾ ਵੀ ਇਹ ਵੀ ਐਂਡ ਇਟ ਵਾਜ਼ ਆਲਵੇਜ਼ ਦਾ ਸਿਕਸ ਹੂ ਬੋਰ ਦਾ ਫਸਟ ਬਰੰਟ ਆਫ ਦਾ ਇਨਵੇਜਨ। ਜੀ। ਉਹਦੇ ਵਿੱਚ ਜਦੋਂ ਤੁਸੀਂ ਵੇਖਦੇ ਆ ਨਾ ਵੀ ਜਿਹੜਾ ਆਖਰੀ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਹਮਲੇ ਹੋਏ ਆ ਜਿਹੜੇ ਸਿੱਖਾਂ ਨੇ ਝੱਲੇ ਆ, ਜੀ, ਉਹ ਸੀਗੇ ਨਾਦਰ ਸ਼ਾਹ ਦੇ ਅਤੇ ਅਬਦਾਲੀ ਦੇ। ਬਿਲਕੁਲ। ਉਹ ਤੋਂ ਪਹਿਲਾਂ ਜਿਹੜਾ ਆ ਵੀ ਬਾਬਰ ਦਾ ਹਮਲਾ ਹੁੰਦਾ, ਜੀ। ਅਤੇ ਬਾਬਰ ਦੇ ਹਮਲੇ ਵੇਲੇ ਜਿਹੜੇ ਆ ਵੀ ਸਿੱਖ ਅਜੇ ਆਪਣਾ ਕਹਿ ਲਓ ਵੀ ਪਛਾਣ ਬਣਾ ਰਹੇ ਸੀ। ਜੀ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਬਾਣੀ ਜਿਹੜੀ ਲਿਖੀ ਆ ਉਹਦੇ ਵਿੱਚ ਜ਼ਰੂਰ ਇਹ ਪਤਾ ਲੱਗਦਾ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਵੀ ਇਹ ਜਿਹੜੀ ਘਟਨਾ ਸੀ ਵੀ ਉਹ ਵਾਪਰੀ ਸੀ ਅਤੇ ਨੁਕਸਾਨ ਵੱਡੇ ਪੱਧਰ 'ਤੇ ਹੋਇਆ ਸੀ। ਜੀ। ਪਰ ਇਹ ਕਹਿਣਾ ਵੀ ਸਿੱਖਾਂ ਨੇ ਹੀ ਝੱਲਿਆ, ਜੀ, ਉਹ ਥੋੜ੍ਹਾ ਜਿਹਾ ਜਿਹੜਾ ਆ ਵੀ ਉਸ ਹਿਸਾਬ ਨਾਲ ਲੱਗਦਾ, ਖਾਸ ਤੌਰ 'ਤੇ ਜਦੋਂ ਐਲੈਗਜ਼ੈਂਡਰ ਤੱਕ ਜਾਂਦਾ ਆ। ਜੀ। ਐਲੈਗਜ਼ੈਂਡਰ ਦਾ ਜਿਹੜਾ ਸੀਗਾ ਹਮਲਾ ਉਹ 331-32 BC ਦੇ ਵਿੱਚ ਹੋਇਆ ਸੀ। ਜੀ। ਅਤੇ ਉੱਥੋਂ ਜਦੋਂ ਤੁਸੀਂ ਅੰਦਾਜ਼ਾ ਲਾਉਂਦੇ ਆ ਵੀ 2300 ਸਾਲ ਪਹਿਲਾਂ, ਅਤੇ ਸਿੱਖਾਂ ਨੂੰ ਤਾਂ ਅਜੇ ਕਹਿ ਲਓ ਵੀ ਜੰਮਿਆ ਹੀ 550 ਸਾਲ ਹੋਇਆ। ਬਿਲਕੁਲ। ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਮੰਗਦੀਆਂ, ਪਲੱਸ ਕਲੈਰਿਟੀ ਮੰਗਦੀਆਂ, ਅਤੇ ਪਲੱਸ ਜਿਹੜਾ ਉਹ ਕਹਿ ਰਹੇ ਨਾ ਵੀ ਇਹ ਵੀ ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਫੋਲੋਅਰ ਸੀਗੇ ਵੀ ਉਹਨਾਂ ਨੂੰ ਆਪਣਾ ਜਿਹੜਾ ਹੋਮਲੈਂਡ ਆ ਉਹ ਚਾਹੀਦਾ ਸੀ ਅਤੇ ਉਹਨਾਂ ਨੂੰ ਮਿਲਿਆ ਨਹੀਂ। ਜੀ। ਉਹਦੇ ਵਿੱਚ ਵੀ ਭਈ ਇਹ ਜਿਹੜਾ ਹੈਗਾ ਨਾ
ਆਪਾਂ ਇਹਨੂੰ ਇੱਦਾਂ ਲੈ ਸਕਦੇ ਹਾਂ ਵੀ ਪੰਜਾਬ ਜਿਹੜਾ ਆ ਤੇ ਪੰਜਾਬੀ ਜਿਹੜੇ ਆ ਉਹ ਹਮੇਸ਼ਾ ਤੋਂ ਹੀ ਇੰਡੀਪੈਂਡੈਂਟ ਰਹੇ ਆ ਜੀ। ਤੇ ਇੰਡੀਪੈਂਡੈਂਸ ਜਿਹੜੀ ਆ, ਆਜ਼ਾਦੀ ਜਿਹੜੀ ਆ ਭਈ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਟੀਚਾ ਰਿਹਾ। ਬਿਲਕੁਲ। ਪਰ ਸਿੱਖ ਧਰਮ ਦਾ ਟੀਚਾ ਜਿਹੜਾ ਆ ਉਹ ਕਦੀ ਵੀ ਇਹ ਨਹੀਂ ਰਿਹਾ ਵੀ ਅਸੀਂ ਕੋਈ ਆਪਣਾ ਇੱਕ ਕਹਿ ਲਓ ਵੀ ਖਿੱਤਾ ਬਣਾਉਣਾ ਜਿੱਥੇ ਭਈ ਸਿੱਖ ਰਾਜ ਜਿਹੜਾ ਆ ਵੀ ਉਹ ਕਾਇਮ ਹੋਣਾ ਜੀ। ਕਿਉਂਕਿ ਸਿੱਖਾਂ ਲਈ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਭਈ ਸਾਰੀ ਜਿਹੜੀ ਲੋਕਾਈ ਆ ਉਹ ਇੱਕ ਬਰਾਬਰ ਆ ਜੀ। ਤੇ ਜਿਹੜੇ ਸਿਧਾਂਤ ਆ ਸਿੱਖੀ ਦੇ ਉਹ ਸਾਰੀ ਲੋਕਾਈ ਦੇ ਉੱਤੇ ਲਾਉਣੇ ਲਈ ਆ ਵੀ ਨਾ ਕਿ ਵੀ ਇੱਕ ਖਾਸ ਖਿੱਤੇ ਦੇ ਵਿੱਚ ਲਾਉਣ ਲਈ। ਜੀ ਬਿਲਕੁਲ। ਹੁਣ ਉਹਦੇ ਵਿੱਚੋਂ ਜਿਹੜੀ ਉਦਾਹਰਣ ਆ ਉਹ ਗੁਰੂ ਪਾਤਸ਼ਾਹ ਨੇ ਉਹ ਸਾਡੇ ਲਈ ਕਾਇਮ ਕੀਤੀ ਭਈ ਜਿਹੜਾ ਇਹ ਜਿੱਥੇ ਸਿਧਾਂਤ ਲੱਗਦੇ ਆ ਭਈ ਉਹ ਕਿਹੋ ਜਿਹੀ ਦੁਨੀਆ ਬਣਾਉਗੇ। ਬਿਲਕੁਲ। ਉਹਦੇ ਲਈ ਉਹਨਾਂ ਨੇ ਸ਼ਹਿਰ ਵਸਾਏ ਜੀ। ਵੀ ਉਹ ਜਿੰਨੇ ਸ਼ਹਿਰ ਵਸੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਵੀ ਇਹ ਸਿੱਖ ਸਿਧਾਂਤ ਜਿਹੜੇ ਆ ਉਹਨਾਂ ਨੂੰ ਹੀ ਪ੍ਰੈਕਟੀਕਲੀ ਇੰਪਲੀਮੈਂਟ ਕਰਨੇ ਦੇ ਵਿੱਚ ਸੀਗੇ। ਬਿਲਕੁਲ। ਔਰ ਉਹਦੇ ਵਿੱਚ ਉਹਨਾਂ ਨੇ ਕਿਸੇ ਸਰਕਾਰ ਦਾ ਕੁਝ ਨਹੀਂ ਇੰਟਰਫੇਰੈਂਸ ਹੋਣ ਦਿੱਤੀ ਜੀ। ਕਿਉਂਕਿ ਗੱਲ ਉੱਥੇ ਹੀ ਆ ਜਾਂਦੀ ਆ ਵੀ ਜਿਹੜਾ ਸਿੱਖ ਸਿਧਾਂਤ ਆ ਉਹ ਜਿਹੜਾ ਇੰਡੀਵਿਜੂਅਲ ਆ ਉਹਦੇ ਲੈਵਲ ਦੇ ਉੱਤੇ ਲਾਗੂ ਹੋਣਾ। ਬਿਲਕੁਲ। ਤੇ ਉਹ ਜਿਹੜੇ ਇੰਡੀਵਿਜੂਅਲ ਆ ਉਹ ਜਦੋਂ ਉਹਨਾਂ ਦੇ ਲੈਵਲ ਤੇ ਲਾਗੂ ਹੁੰਦਾ ਤੇ ਫਿਰ ਉਹਦੇ ਨਾਲ ਜਿਹੜਾ ਇੱਕ ਇਕੱਠ ਬਣਦਾ, ਸਮੂਹ ਬਣਦਾ ਜੀ ਜੀ, ਉਹ ਫਿਰ ਗਾਂ ਜਿਹੜੀ ਆ ਵੀ ਦੁਨੀਆ ਦੇ ਉੱਤੇ ਪੋਜ਼ਿਟਿਵ ਅਸਰ ਜਿਹੜਾ ਉਹ ਪਾਉਂਦਾ ਹੈ। ਬਿਲਕੁਲ। ਨਹੀਂ ਭਾਜੀ, ਇੱਕ ਇਹ ਵੀ ਸਹੀ ਗੱਲ ਹੈ ਤੁਹਾਡੀ। ਇੱਕ ਦੋ ਗੱਲਾਂ ਇਹ ਵੀ ਐਡ ਹੋ ਸਕਦੀਆਂ ਜਦੋਂ ਅਸੀਂ ਦੇਖਦੇ ਹਾਂ ਗੁਰੂ ਪਾਤਸ਼ਾਹ ਨੇ ਜਦੋਂ ਸ਼ਹਿਰ ਵਸਾਏ। ਹੁਣ ਜਿੱਦਾਂ ਆਪ ਜੀ ਨੇ ਦੱਸਿਆ ਕਿ ਜਿਹੜਾ ਸਿੱਖੀ ਸਿਧਾਂਤ ਹੈ ਉਹ ਸਰਬਤ ਦਾ ਭਲੇ ਦਾ ਸਿਧਾਂਤ ਹੈ, ਲੁਕਾਈ ਦੇ ਭਲੇ ਦਾ ਸਿਧਾਂਤ ਹੈ। ਸਾਰੀ ਲੁਕਾਈ ਨੂੰ ਇੱਕ ਨਜ਼ਰ ਤੋਂ ਦੇਖਣ ਦਾ ਸਿਧਾਂਤ ਹੈਗਾ ਆ। ਲੇਕਿਨ ਲੁਕਾਈ ਦੇ ਵਾਸਤੇ ਇਹ ਸਿਧਾਂਤ ਨਹੀਂ ਹੈਗਾ। ਮਤਲਬ ਜਿਹੜਾ ਦੂਜੇ ਧਰਮਾਂ ਦੇ ਆ ਇਹ ਪੋਸੀਬਿਲਿਟੀ ਕਿੱਥੇ ਪੂਰੀ ਪੋਸੀਬਿਲਿਟੀ ਹੈਗੀ ਹੈ ਕਿ ਉਹ ਸਿੱਖਾਂ ਨੂੰ ਉਸ ਨਜ਼ਰੀਏ ਨਾਲ ਨਾ ਦੇਖਣ ਜਿਸ ਨਜ਼ਰੀਏ ਨਾਲ ਸਿੱਖ ਉਹਨਾਂ ਨੂੰ ਦੇਖ ਰਹੇ ਹੈਗੇ। ਤੇ ਉੱਥੇ ਫਿਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਪ੍ਰੋਟੈਕਸ਼ਨ ਦੀ ਲੋੜ ਪੈਂਦੀ ਹੈ ਕਿ ਸਿਧਾਂਤਾਂ ਨੂੰ ਕਿੱਦਾਂ ਬਚਾਇਆ ਜਾ ਸਕਦਾ। ਫਿਰ ਉੱਥੋਂ ਦੀ ਇਹ ਨਿਕਲ ਕੇ ਆਉਂਦਾ ਕਿ ਗੁਰੂ ਪਾਤਸ਼ਾਹ ਨੇ ਕਿੱਦਾਂ ਸ਼ਹਿਰ ਵਸਾਏ, ਕਿਉਂਕਿ ਇੱਕ ਸਮਾਜਿਕ ਚੀਜ਼ ਵੀ ਹੁੰਦੀ ਹੈਗੀ ਹੈ। ਜਦੋਂ ਸਮਾਜਿਕ ਤੌਰ 'ਤੇ ਤੁਹਾਨੂੰ ਨਕਾਰਿਆ ਜਾਂਦਾ ਹੈ ਜਾਂ ਤੁਹਾਡੇ 'ਤੇ ਮੈਂਟਲ ਪ੍ਰੈਸ਼ਰ ਕ੍ਰੀਏਟ ਕੀਤਾ ਜਾਂਦਾ ਆ, ਫਿਰ ਉੱਥੇ ਕਿਤੇ ਨਾ ਕਿਤੇ ਤੁਸੀਂ ਸਿਧਾਂਤ 'ਤੇ ਕੰਪਰੋਮਾਈਜ਼ ਕਰਨ ਦੇ ਵੱਲ ਨੂੰ ਤੁਰ ਪੈਂਦੇ ਹੈਗੇ ਆ। ਅਤੇ ਗੁਰੂ ਪਾਤਸ਼ਾਹ ਨੇ ਉਹ ਸਾਰੀਆਂ ਚੀਜ਼ਾਂ ਦਾ ਕਿਤੇ ਨਾ ਕਿਤੇ ਧਿਆਨ ਰੱਖਿਆ ਹੈਗਾ ਆ। ਬਿਲਕੁਲ। ਪਰ ਉਹਦੇ ਵਿੱਚ ਜਿਹੜੀ ਗੱਲ ਦਾ ਨਾ ਸਾਨੂੰ ਧਿਆਨ ਰੱਖਣ ਦੀ ਲੋੜ ਆ ਉਹ ਇਹ ਆ ਭਈ ਜਿੱਦਾਂ ਹੁਣ ਜਿਹੜੀ ਹਿੰਦੂ ਬਹੁ ਗਿਣਤੀ ਆ ਜੀ, ਉਹਨੇ ਜੇ ਹਿਸਾਬ ਦੇ ਨਾਲ ਸਿੱਖ ਆਈਡੈਂਟੀਟੀ ਤੇ ਸਿੱਖ ਇਤਿਹਾਸ, ਸਿੱਖ ਫਲਸਫਾ ਇਹਨੂੰ ਟਾਰਗੇਟ ਕੀਤਾ ਹੈ ਜੀ। ਖਾਸ ਤੌਰ ਦੇ ਉੱਤੇ ਜੇ ਆਪਾਂ ਲਈਏ ਵੀ ਪਿਛਲੇ 100 ਸਾਲਾਂ ਦੇ ਵਿੱਚ ਹਾਂਜੀ ਕਰਦੇ ਤਾਂ ਸ਼ੁਰੂ ਤੋਂ ਹੀ ਰਹੇ ਆ। ਬਿਲਕੁਲ। ਪਰ 100 ਸਾਲ ਲੈ ਲਓ ਜਾਂ 47 ਤੋਂ ਬਾਅਦ ਵਾਲਾ ਲੈ ਲਓ ਸਮਾਂ ਜਦੋਂ ਉਹਨਾਂ ਨੇ ਸਾਰੀ ਜਿਹੜੀ ਸ਼ਰਮ ਸੰਗਿਆ ਉਹ ਲਾ ਦਿੱਤੀ। ਬਿਲਕੁਲ। ਤੇ ਉਹਦੇ ਰਿਐਕਸ਼ਨ ਵਜੋਂ ਜੇ ਅਸੀਂ ਆਪਣਾ ਰਾਜ ਮੰਗ ਰਹੇ ਹਾਂ ਵੀ ਭਾਵੇਂ ਪੰਜਾਬ ਵਾਲੇ ਲੋਕ ਜਿਹੜੇ ਆ ਵੀ ਉਹਨਾਂ ਦੀ ਗੱਲ ਕਰੀਏ, ਪੰਜਾਬ ਦਾ ਸਿੱਖ ਜਿਹੜਾ ਹੈ ਉਹਦੇ ਵਿੱਚ ਵੀ ਸਾਨੂੰ ਇਹ ਧਿਆਨ ਰੱਖਣ ਦੀ ਲੋੜ ਆ ਵੀ ਉਹਦੇ ਫਾਇਦੇ ਤੇ ਨੁਕਸਾਨ ਕੀ ਨੇ। ਬਿਲਕੁਲ। ਕਿਉਂਕਿ ਕਿਸੇ ਦੇ ਰਿਐਕਸ਼ਨ ਦੇ ਵਿੱਚ ਕੋਈ ਜਿਹੜੀ ਚੀਜ਼ ਕੀਤੀ ਜਾਂਦੀ ਆ ਉਹਨੂੰ ਬਹੁਤ ਹੀ ਧਿਆਨ ਦੇ ਨਾਲ ਘੋਖਣ ਦੀ ਲੋੜ ਹੁੰਦੀ ਆ ਵੀ ਇਹ ਜਿਹੜਾ ਨਫਾ ਤੇ ਨੁਕਸਾਨ ਆ ਉਹ 'ਚ ਪਲੜਾ ਕੇ ਇਸ ਪਾਸੇ ਭਾਰਾ ਆ। ਬਿਲਕੁਲ। ਮੈਨੂੰ ਇਹ ਲੱਗਦਾ ਵੀ ਜਦੋਂ ਅਸੀਂ ਨਾ ਸਿੱਖ ਜਿਹੜੇ ਆ ਵੀ ਉਹ ਰਾਜ ਮੰਗਦੇ ਆ ਜੀ ਤੇ ਉਹਦੇ ਵਿੱਚ ਅਸੀਂ ਇਹ ਗੱਲ ਭੁੱਲ ਜਾਂਦੇ ਆ ਵੀ ਜਦੋਂ ਅਸੀਂ ਆਪਣਾ ਰਾਜ ਕਾਇਮ ਕਰ ਲਿਆ ਉਹਦੇ ਵਿੱਚ ਬਾਕੀ ਧਰਮਾਂ ਦਾ ਰੋਲ ਜਿਹੜਾ ਉਹ ਕੀ ਹੋਣਾ। ਬਿਲਕੁਲ। ਸੋ ਉਹ ਜਦੋਂ ਕੁਐਸਚਨ ਆ ਜਾਂਦਾ ਨਾ ਉਹਦੇ ਵਿੱਚੋਂ ਫਿਰ ਤੁਹਾਨੂੰ ਹੌਲੀ ਹੌਲੀ ਸਮਝ ਲੱਗਣ ਲੱਗ ਪੈਂਦੀ ਆ ਵੀ ਇਹ ਮੰਗ ਜਿਹੜੀ ਆ ਵੀ ਇਹ ਇੰਨੀ ਸਿੰਪਲ ਨਹੀਂ ਗੀ ਜੀ। ਬਿਲਕੁਲ। ਤੇ ਗਾਂ ਜਿਹੜਾ ਆ ਵੀ ਜੇ ਹਾਸਲ ਹੋ ਜਾਂਦੀ ਆ ਜੀ ਤੇ ਫਿਰ ਵੀ ਇਹ ਗੱਲ ਦਾ ਫੰਦਾ ਵੀ ਬਣ ਸਕਦੀ ਆ। ਔਰ ਉਹ ਆਪਾਂ ਵੇਖਦੇ ਆ ਜਿਹੜੀ ਹਿੰਦੂ ਬਹੁ ਗਿਣਤੀ ਆ ਇਹਨਾਂ ਨੇ 47 ਦੇ ਵਿੱਚ ਮੰਗ ਮੰਗੀ ਤੇ ਉਹ ਤੋਂ ਬਾਅਦ ਡਰਾਮਾ ਇਹ ਕਰਨੇ ਦੀ ਕੋਸ਼ਿਸ਼ ਕੀਤੀ ਪਈ ਜੀ ਅਖੇ ਵੀ ਇਹ ਅਸੀਂ ਤੇ ਜਿਹੜੀ ਆ ਵੀ ਸੈਕੂਲਰ ਮੰਗ ਰਹੇ ਆ, ਅਸੀਂ ਕੋਈ ਹਿੰਦੂ ਨਹੀਂ ਮੰਗ ਰਹੇ। ਹੁਣ ਉਹ ਦੇਖ ਲਓ ਵੀ ਉਹਨਾਂ ਨੇ ਆਪਣਾ ਜਿਹੜਾ ਆ ਵੀ 70-75 ਸਾਲ ਤੱਕ ਭਈ ਜੋ ਵੀ ਮੈਨੀਪੂਲੇਸ਼ਨ ਕੀਤੀ ਆ ਜੀ ਅਲਟੀਮੇਟਲੀ ਅੱਜ ਜੇ ਇਸ ਹੱਦ ਤੱਕ ਉਹ ਪਹੁੰਚੇ ਆ ਬੇਈਮਾਨ ਸਾਬਤ ਹੋ ਰਹੇ। ਬਿਲਕੁਲ। ਸੋ ਇਸ ਕਰਕੇ ਵੀ ਜਦੋਂ ਸਿੱਖ ਜਿਹੜੇ ਆ ਵੀ ਜੇ ਉਹ ਇਸ ਭੁਲੇਖੇ ਦੇ ਵਿੱਚ ਮੰਗਦੇ ਆ ਭਈ ਅਸੀਂ ਰਾਜ ਮੰਗਿਆ ਆ, ਅਸੀਂ ਰਾਜ ਮੰਨ ਲਓ ਵੀ ਮਿਲ ਜਾਂਦਾ, ਆਪਾਂ ਥਿਓਰੈਟੀਕਲੀ ਲੈ ਕੇ ਚੱਲੀਏ ਵੀ ਸਿੱਖ ਰਾਜ ਮੰਗਦੇ ਪਏ ਆ ਉਹਨਾਂ ਨੂੰ ਰਾਜ ਮਿਲ ਜਾਂਦਾ ਆ ਤੇ ਪੰਜਾਬ ਜਿਹੜਾ ਆ ਵੀ ਉਹ ਸਿੱਖ ਰਾਜ ਵਜੋਂ ਕਾਇਮ ਹੋ ਜਾਂਦਾ ਵੀ ਉੱਥੇ ਸਿੱਖਾਂ ਦੀ ਗਵਰਨਮੈਂਟ ਬਣ ਜਾਂਦੀ। ਹੁਣ ਉੱਥੇ ਤੁਸੀਂ ਇਹ ਦੇਖੋ ਵੀ ਬਾਕੀ ਧਰਮਾਂ ਦੇ ਜਿਹੜੇ ਰਹਿਣ ਵਾਲੇ ਆ ਉਹਨਾਂ ਦੇ ਹੱਕ ਕੀ ਹੋਣੇ ਆ ਔਰ ਉਹ ਧਰਮਾਂ ਦੇ ਜਿਹੜੇ ਰਹਿਣ ਵਾਲੇ ਆ ਵੀ ਉਹਨਾਂ ਦੇ ਵਿੱਚੋਂ ਕੱਲ੍ਹ ਨੂੰ ਜੇ ਕੋਈ ਪ੍ਰਧਾਨ ਮੰਤਰੀ ਬਣਦਾ ਆ, ਕੋਈ ਆਰਮੀ ਦਾ ਚੀਫ ਬਣਦਾ ਆ ਤੇ ਹੋਰ ਸਾਰਾ ਕੁਝ ਜਿਹੜਾ ਹੈਗਾ ਆ ਭਈ ਉਹਨੂੰ ਤੁਸੀਂ ਫਿਰ ਕਿਵੇਂ ਵੇਖੋਗੇ। ਬਿਲਕੁਲ।
ਉਹਦੇ ਲਈ ਪ੍ਰੈਪਰੇਸ਼ਨ ਕੀ ਆ, ਕਿਉਂਕਿ ਜਿਹੜਾ ਮੇਨ ਹੈਗਾ ਨਾ ਚੀਜ਼ ਦਾ ਜਿਹੜਾ ਸਾਨੂੰ ਧਿਆਨ ਰੱਖਣੇ ਦੀ ਲੋੜ ਆ ਜੀ, ਸਿੱਖ ਸਿਧਾਂਤ ਜਿਹੜਾ ਆ ਉਹਦੇ ਵਿੱਚ 1% ਵੀ ਜਿਹੜੀ ਮਿਲਾਵਟ ਆ ਉਹ ਨਹੀਂ ਆਪਾਂ ਜਰ ਸਕਦੇ ਵੀ ਐਕਸੈਪਟ ਨਹੀਂ ਕਰ ਸਕਦੇ। 1% ਕੀ ਵੀ 0.001 ਜਿੰਨਾ ਮਰਜ਼ੀ ਲੈ ਜਾਓ ਵੀ ਛੋਟੇ ਤੋਂ ਛੋਟੀ ਵੀ ਜਿਹੜੀ ਹੈ ਨਾ ਮਿਲਾਵਟ ਬਿਲਕੁਲ ਉਹ ਨਹੀਂ ਮੰਨ ਸਕਦੇ ਜੀ, ਕਿਉਂਕਿ ਉਹਦਾ ਕਾਰਨ ਇਹ ਆ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਕਾਇਮ ਕੀਤਾ ਉਹਦੇ ਵਿੱਚ ਜਿਹੜੇ ਸਿੱਖ ਜਰਨੈਲ ਅੱਜ ਅਸੀਂ ਜਿਨ੍ਹਾਂ ਨੂੰ ਵੀ ਬੜੇ ਮਾਣ ਦੇ ਨਾਲ ਨਾਮ ਲੈਂਦੇ, ਭਾਵੇਂ ਉਹ ਸ਼ਾਮ ਸਿੰਘ ਅਟਾਰੀ ਵਾਲਾ ਸੀ, ਭਾਵੇਂ ਹਰੀ ਸਿੰਘ ਨਲਵਾ ਸੀਗਾ, ਭਾਵੇਂ ਅਕਾਲੀ ਫੂਲਾ ਸਿੰਘ ਸੀ, ਭਾਵੇਂ ਹੋਰ ਜਿੰਨੇ ਵੀ ਸੀਗੇ ਜੀ, ਉਹ ਸਾਰੇ ਦੇ ਸਾਰੇ ਜਿਹੜੇ ਆ ਜਵਾਬਦੇਹ ਸੀਗੇ ਜਿਹੜੇ ਗੈਰ ਸਿੱਖ ਜਰਨੈਲ ਸੀ ਉਹਨਾਂ ਨੂੰ। ਕਿਉਂਕਿ ਜਦੋਂ ਆਪਾਂ ਵੇਖਦੇ ਆ ਨਾ ਵੀ ਉਹਦਾ ਜਿਹੜਾ ਹਾਇਰਾਰਕੀ ਸੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ, ਜੀ ਮਹਾਰਾਜਾ ਰਣਜੀਤ ਸਿੰਘ ਟੌਪ ਤੇ ਹੀ, ਉਹ ਤੋਂ ਬਾਅਦ ਉਹਦੇ ਪਰਿਵਾਰ ਦੇ ਮੈਂਬਰ ਸੀਗੇ ਜੀ, ਉਹ ਤੋਂ ਬਾਅਦ ਫਿਰ ਮਿਸਰ ਤੇ ਹੋਰ ਜਿਹੜੇ ਆਉਂਦੇ ਸੀ ਮਿਨਿਸਟਰ ਉਹ ਸੀਗੇ ਜਿਨ੍ਹਾਂ ਦੇ ਵਿੱਚ ਫਕੀਰ ਬ੍ਰਦਰਸ ਜਿਹੜੇ ਸੀਗੇ 2 ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਹਿੰਦੂ ਸੀ ਉਸ ਟੀਅਰ ਦੇ ਉੱਤੇ, ਡੋਗਰੇ ਤੇ ਹਿੰਦੂ। ਵੀ ਜਿਹੜਾ ਮਹਾਰਾਜੇ ਦੀ ਫੈਮਿਲੀ ਮਹਾਰਾਜੇ ਦੀ ਫੈਮਿਲੀ ਉਹ ਤੋਂ ਥੱਲੇ ਜਿਹੜੇ ਆ ਰਹੇ ਆ ਉਹ ਫਕੀਰ ਬ੍ਰਦਰਸ ਤੇ ਹਿੰਦੂ ਜਰਨੈਲ ਤੇ ਮਿਨਿਸਟਰ, ਉਹਨਾਂ ਤੋਂ ਥੱਲੇ ਜਿਹੜੇ ਆ ਵੀ ਸਿੱਖ ਜਰਨੈਲ ਸੀ ਜਿਨ੍ਹਾਂ ਨੂੰ ਅਸੀਂ ਅੱਜ ਐ ਯਾਦ ਕਰੀਦਾ ਵੀ ਇਹਨਾਂ ਨੇ ਸਿੱਖ ਰਾਜ ਜਿਹੜਾ ਆ ਵੀ ਉਹ ਚਲਾਇਆ, ਜਦ ਕਿ ਉਹਨਾਂ ਨੇ ਚਲਾਇਆ ਨਹੀਂ। ਤੇ ਜਿਹੜੇ ਅਕਾਲੀ ਫੂਲਾ ਸਿੰਘ ਸੀਗੇ ਉਹ ਠੀਕ ਆ ਵੀ ਉਹ ਆਪਣਾ ਇੰਡੀਪੈਂਡੈਂਟ ਜਿਹੜਾ ਆ ਵੀ ਰਹਿੰਦੇ ਭਾਵੇਂ ਮਹਾਰਾਜੇ ਦੇ ਸੀਗੇ, ਪਰ ਉਹਨਾਂ ਨੇ ਕਹਿ ਲਓ ਵੀ ਪਹਿਲੀ ਬਗਾਵਤ ਜਿਹੜੀ ਆ ਵੀ ਉਹ ਉਹਨਾਂ ਨੇ ਕੀਤੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਸੰਧੀ ਕਰ ਲਈ, ਜਿਹਦੇ ਵਿੱਚ ਜਿਹੜੀ ਸਤਲੁਜ ਨਦੀ ਆ ਉਹਨੂੰ ਮੰਨ ਲਿਆ ਵੀ ਬਾਰਡਰ ਆ ਇਹ, ਤੇ ਸਤਲੁਜ ਨਦੀ ਤੋਂ ਇੱਧਰਲਾ ਪਾਸਾ ਜਿਹੜਾ ਉਹ ਮਹਾਰਾਜੇ ਦਾ, ਉੱਧਰਲਾ ਜਿਹੜਾ ਆ ਵੀ ਉਹ ਅੰਗਰੇਜ਼ਾਂ ਦੇ ਥੱਲੇ ਆ ਗਿਆ। ਤੇ ਹੁਣ ਉੱਧਰਲੇ ਪਾਸੇ ਜਿਹੜਾ ਆ ਉਹ ਅਨੰਦਪੁਰ ਸਾਹਿਬ ਆਉਂਦਾ ਹੈ। ਇਮੈਜਿਨ ਕਰੋ ਹੁਣ ਤੁਸੀਂ ਵੀ ਉਹ ਜਿਹਨੇ ਸਿੱਖ ਰਾਜਾ ਆਪਣੇ ਆਪ ਨੂੰ ਕਹਿੰਦਾ ਹੋਵੇ ਤੇ ਸੰਧੀ ਇਹ ਕਰ ਲਵੇ ਵੀ ਅਨੰਦਪੁਰ ਸਾਹਿਬ ਜਿਹੜਾ ਆ ਵੀ ਉਹ ਸਿੱਖਾਂ ਦੇ ਥੱਲੇ ਹੈ ਨਹੀਂ, ਰਾਜ ਤੋਂ ਬਾਹਰ ਆ। ਸੋ ਇਸ ਕਰਕੇ ਜਿਹੜਾ ਇੱਧਰ ਰਹਿ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਜਾਂ ਸੇਵਾ ਕਰ ਰਿਹਾ ਉਹਨੂੰ ਉੱਧਰ ਜਾਣਾ ਅਲਾਊਡ ਨਹੀਂ। ਤੇ ਉਹਨੇ ਅਕਾਲੀ ਫੂਲਾ ਸਿੰਘ ਨੇ ਸਭ ਤੋਂ ਪਹਿਲਾਂ ਕੰਮ ਹੀ ਇਹ ਕੀਤਾ ਸੀ ਵੀ ਜਦੋਂ ਪਤਾ ਲੱਗਿਆ ਵੀ ਸੰਧੀ ਸਾਈਨ ਕਰ ਲਈ ਇਹਨੇ, ਉਹ ਆਪਣੇ ਜਿਹੜੇ ਆ ਵੀ ਦੂਸਰਾ ਜਥਾ ਲੈ ਕੇ ਤੇ ਉਹ ਜਾ ਕੇ ਤੇ ਅਨੰਦਪੁਰ ਸਾਹਿਬ ਬਹਿ ਗਏ। ਉਹ ਕਹਿੰਦੇ ਵੀ ਚੰਗਾ ਸੰਧੀ ਹੋਊ ਤੇਰੀ ਹੋਊਗੀ, ਸਾਡੀ ਤੇ ਨਹੀਂ ਹੈ ਨਹੀਂ। ਤੇ ਉਹ ਫਿਰ ਇਹਨੇ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਜਿਹੜਾ ਸੀਗਾ ਮਿਸਰ ਦੀਵਾਨ ਚੰਦ ਕੇ ਹੋਰ ਸੀਗਾ ਹਿੰਦੂ ਹੀ, ਉਹਦੇ ਥੱਲੇ ਖਾਲਸਾ ਫੌਜ ਭੇਜੀ, ਸਿੱਖਾਂ ਦੀ ਫੌਜ, ਖਾਲਸਾ ਫੌਜ ਕਹਿ ਲਓ ਜਾਂ ਵੀ ਉਹਦੇ ਥੱਲੇ ਜਿਹੜੀ ਫੌਜ ਭੇਜੀ ਉਹ 'ਚ ਸਾਰੇ ਸਿੱਖ। ਤੇ ਉਹ ਫੌਜ ਜਿਹੜੀ ਆ ਉੱਥੇ ਜਾ ਕੇ ਤੇ ਉਹਨੂੰ ਅਕਾਲੀ ਫੂਲਾ ਸਿੰਘ ਨੂੰ ਕਹਿੰਦੇ ਵੀ ਤੁਸੀਂ ਆਖਿਆ ਵੀ ਇੱਥੋਂ ਅਸੀਂ ਤੁਹਾਨੂੰ ਅਰੈਸਟ ਕਰਨ ਆਏ ਆ ਜਾਂ ਜੋ ਵੀ ਉਹਨਾਂ ਨੇ ਕਿਹਾ। ਤੇ ਅਕਾਲੀ ਫੂਲਾ ਸਿੰਘ ਨੇ ਮਨਾ ਕਰ ਦਿੱਤਾ, ਉਹ ਕਹਿੰਦਾ ਵੀ ਠੀਕ ਆ ਵੀ ਜੇ ਧੱਕੇ ਨਾਲ ਲਿਜਾਣ ਦੀ ਕੋਸ਼ਿਸ਼ ਕਰੂੰ ਤੇ ਹਥਿਆਰ ਸਾਡੇ ਕੋਲੇ ਵੀ ਹੈਗੇ ਆ। ਤੇ ਜਦੋਂ ਉਹਨੇ ਮਿਸਰ ਨੇ ਕਿਹਾ ਵੀ ਇਹ ਵੀ ਇਹਨਾਂ ਨੂੰ ਅਰੈਸਟ ਕਰ ਲਓ ਤੇ ਉਹ ਜਿਹੜੀ ਖਾਲਸਾ ਫੌਜ ਨਾਲ ਸੀਗੀ ਉਹਨਾਂ ਨੇ ਹਥਿਆਰ ਛੱਡ ਦਿੱਤੇ। ਉਹ ਕਹਿੰਦੇ ਨਾ ਅਕਾਲੀ ਫੂਲਾ ਸਿੰਘ ਨੇ ਉੱਤੇ ਹਮਲਾ ਥੋੜੀ ਕਰਨਾ। ਸੋ ਮਤਲਬ ਵੀ ਇਹ ਸਿਚੁਏਸ਼ਨ ਜਿਹੜੀਆਂ ਆ ਵੀ ਇਹ ਉਸ ਵੇਲੇ ਆ ਚੁੱਕੀਆਂ, ਹਿਸਟਰੀ 'ਚ ਹੈਗੀਆਂ, ਆਪਾਂ ਉਹ ਸਬਕ ਲੈ ਸਕਦੇ। ਬਿਲਕੁਲ ਜੀ। ਸੋ ਉਹਦੇ ਲਈ ਹਮੇਸ਼ਾ ਹੀ ਮੇਰੇ ਦਿਮਾਗ ਦੇ ਵਿੱਚ ਤੇ ਇਹੀ ਰਿਹਾ ਭਈ ਅਸੀਂ ਐਕਚੁਅਲੀ ਫਰਕ ਜਿਹੜਾ ਸਾਨੂੰ ਕਰਨੇ ਦੀ ਲੋੜ ਆ ਉਹ ਇਹ ਆ ਵੀ ਅਸੀਂ ਸਿੱਖ ਧਰਮ ਲਈ ਇੱਕ ਆਜ਼ਾਦ ਖਿੱਤਾ ਚਾਹੁੰਦੇ ਆ ਵੀ ਜਿੱਥੋਂ ਸਿੱਖ ਧਰਮ ਦੇ ਫੈਸਲੇ ਜਿਹੜੇ ਆ ਉਹ ਆਜ਼ਾਦੀ ਦੇ ਨਾਲ ਬਿਨਾਂ ਇੰਟਰਫੇਰੈਂਸ ਦੇ ਕੀਤੇ ਜਾ ਸਕਣ, ਕਿ ਅਸੀਂ ਸਿੱਖ ਰਾਜ ਕਾਇਮ ਕਰਨਾ ਚਾਹੁੰਦੇ ਆ। ਸਿੱਖ ਰਾਜ ਦਾ ਜਿਹੜਾ ਕਨਸੈਪਟ ਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਵੇਲੇ ਹੋਇਆ ਉਹ ਸਿੱਖ ਰਾਜ ਨਹੀਂ ਸੀ, ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ। ਸਾਨੂੰ ਇਹ ਐਕਸੈਪਟ ਕਰਨਾ ਚਾਹੀਦਾ ਭਈ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਉਹਦੀ ਖਾਸੀਅਤ ਇਹ ਆ ਵੀ ਰਾਜਾ ਜਿਹੜਾ ਆ ਉਹ ਸਿੱਖ ਸੀ। ਸੋ ਇਦਾਂ ਹੀ ਜਿਹੜੇ ਆ ਵੀ ਰਾਜਪੂਤ ਆ ਜਾਂ ਹੋਰ ਸਾਰੇ ਜਿਹੜੇ ਆ ਵੀ ਮਰੱਟੇ ਸੀ ਸਾਰੇ, ਉਹਨਾਂ ਨੇ ਹਿੰਦੂ ਰਾਜ ਨਹੀਂ ਕਾਇਮ ਕੀਤਾ, ਉਹਨਾਂ ਨੇ ਕੋਈ ਰਾਜ ਕਾਇਮ ਕੀਤਾ ਜਿਹਦਾ ਰਾਜਾ ਜਿਹੜਾ ਆ ਵੀ ਉਹ ਹਿੰਦੂ ਸੀ। ਇਦਾਂ ਹੀ ਜਿਹੜਾ ਨੇਪਾਲ ਆ ਹੁਣ ਉਹ ਹਿੰਦੂ ਮੈਜੋਰਟੀ ਕਹਿ ਲਓ ਵੀ ਕੰਟਰੀ ਆ, ਉਹ ਆਪਣੇ ਆਪ ਨੂੰ ਸ਼ਾਇਦ ਪਤਾ ਨਹੀਂ ਡਿਕਲੇਅਰ ਵੀ ਕੀਤਾ ਉਹਨਾਂ ਨੇ ਕਿ ਨਹੀਂ ਕੀਤਾ ਵੀ ਇਹ ਹਿੰਦੂ ਕੰਟਰੀਆਂ ਹੀ, ਪਰ ਉੱਥੇ ਵੀ ਜਿਹੜੇ ਕਮਿਊਨਿਸਟ ਆ ਜਿਹੜੇ ਕਹਿੰਦੇ ਆ ਵੀ ਇਹ ਵੀ ਧਰਮ ਨੂੰ ਅਸੀਂ ਮੰਨਦੇ ਹੀ ਕੁਛ ਨਹੀਂ, ਉਹ ਰਾਜ ਦੇ ਵਿੱਚ ਆ। ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਨੂੰ ਇਹ ਲੈ ਕੇ ਚੱਲਣਾ ਚਾਹੀਦਾ ਭਈ ਸਿੱਖ ਸਿਧਾਂਤ ਜਿਹੜੇ ਨੇ ਉਹ ਸਾਰੀ ਦੁਨੀਆ ਲਈ ਨੇ। ਸੋ ਇਸ ਕਰਕੇ ਵੀ ਜਿਹੜਾ ਸਿੱਖ ਹੋਮਲੈਂਡ ਜਾਂ ਹੋਰ ਜਿਹੜੇ ਇੱਦਾਂ ਦੇ ਕਨਸੈਪਟ ਨੇ ਉਹਨਾਂ ਨੂੰ ਅਸੀਂ ਪਹਿਲਾਂ ਚੰਗੀ ਤਰ੍ਹਾਂ ਵਿਚਾਰੀਏ ਤੇ ਉਹਦਾ ਜਿਹੜਾ ਇੱਕ ਆਲਟਰਨੇਟਿਵ ਉਹ ਜ਼ਰੂਰ ਹੈਗਾ ਵੀ ਉਹ ਜੇ 47 ਦੇ ਵਿੱਚ ਅਸੀਂ ਕਰ ਲੈਂਦੇ ਸਾਡੇ ਬਜ਼ੁਰਗ ਤੇ ਬਹੁਤ ਸੌਖਾ ਹੋ ਜਾਣਾ ਹੈ। ਹੁਣ ਜਿਹੜਾ ਆ ਵੀ ਉਹ ਥੋੜਾ ਜਿਹਾ ਮਤਲਬ ਵੀ
ਕਹਿ ਲਓ ਵੀ ਡਿਪਲੋਮੇਸੀ ਜਿਹੜੀ ਆ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਕਰਨੇ ਦੀ ਲੋੜ ਆ ਜੀ ਜੀ ਵੀ ਜਿਹੜਾ ਅੰਮ੍ਰਿਤਸਰ ਆ ਜੇ ਉਹਨੂੰ ਵੈਟੀਕਨ ਵਾਲਾ ਸਟੇਟਸ ਮਿਲ ਜਾਂਦਾ ਹੈ ਜੀ ਤੇ ਉੱਥੇ ਜੋ ਕੁਝ ਹੈਗਾ ਆ ਉਹ ਕੱਲੀ ਕੱਲੀ ਚੀਜ਼ ਜਿਹੜੀ ਆ ਵੀ ਉਹ ਸਿੱਖ ਸਿਧਾਂਤ ਦੇ ਮੁਤਾਬਕ ਹੋਵੇ ਜੀ ਤੇ ਸਿੱਖ ਕੌਮ ਜਿਹੜੀ ਆ ਵੀ ਉਹਦੇ ਵਿੱਚ ਐਨ ਪ੍ਰੋਪਰ ਜਿਹੜੀ ਆ ਵੀ ਉਹਨਾਂ ਦੇ ਜਿਹੜੇ ਸਾਡੇ ਆਪਣੇ ਇੰਸਟੀਟਿਊਸ਼ਨ ਨੇ ਵੀ ਸਾਡੇ ਜਿਹੜੇ ਸਿਧਾਂਤ ਆ ਉਹਨਾਂ ਦੇ ਮੁਤਾਬਕ ਉੱਥੇ ਜਿਹੜਾ ਆ ਵੀ ਭਾਵੇਂ ਜਥੇਦਾਰ ਥਾਪਣਾ ਅਕਾਲ ਤਖਤ ਦਾ ਭਾਵੇਂ ਕੋਈ ਵੀ ਹੋਰ ਪੋਜੀਸ਼ਨ ਦੇ ਉੱਤੇ ਬੰਦਾ ਥਾਪਣਾ ਆ ਜੀ ਉਹ ਸਿੱਖ ਜਿਹੜੇ ਆ ਵੀ ਉਹ ਚੁਣ ਕੇ ਤੇ ਉੱਥੇ ਥਾਪਣ ਜੀ ਤੇ ਉੱਥੋਂ ਫਿਰ ਜਿਹੜੀ ਸਾਰੀ ਦੁਨੀਆ ਦੇ ਸਿੱਖ ਨੇ ਉਹਨਾਂ ਨੂੰ ਸੇਧ ਜਿਹੜੀ ਆ ਪ੍ਰੋਪਰ ਬਿਨਾਂ ਇੰਟਰਫੇਰੈਂਸ ਤੋਂ ਭਾਵੇਂ ਉਹ ਕੈਲੰਡਰ ਦਾ ਮਾਮਲਾ ਆ ਭਾਵੇਂ ਉਹ ਬਚਿੱਤਰ ਨਾਟਕ ਦਾ ਮਾਮਲਾ ਆ ਭਾਵੇਂ ਕੋਈ ਵੀ ਮਾਮਲਾ ਹੈਗਾ ਆ ਉਹਦੇ ਉੱਤੇ ਡਿਸਕਸ਼ਨ ਵੀ ਐਨ ਪ੍ਰੋਪਰ ਜੀ ਕਹਿ ਲਓ ਵੀ ਬਿਨਾਂ ਕਿਸੇ ਇੰਟਰਫੇਰੈਂਸ ਦੇ ਹੋਵੇ ਤੇ ਉਹਦੇ ਉੱਤੇ ਫੈਸਲੇ ਵੀ ਜਿਹੜੇ ਆ ਉਹ ਫਿਰ ਜੋ ਸਿੱਖਾਂ ਲਈ ਸਹੀ ਆ ਸਿੱਖਾਂ ਲਈ ਬੈਸਟ ਆ ਉਹ ਹੋਵੇ ਫੈਸਲਾ ਨਾ ਕਿ ਇਹ ਵੀ ਅਖੇ ਵੀ ਜੀ ਫਿਰ ਜੇ ਐਂ ਕਰ ਲਿਆ ਤੇ ਫਿਰ ਹਿੰਦੂ ਕਹੂਗੇ ਜੀ ਵੀ ਅਖੇ ਸਾਡੇ ਨਾਲ ਪਾੜ ਪਾ ਲਿਆ ਜੀ ਤੇ ਐਂ ਕਰ ਲਿਆ ਜੀ ਉਹ ਕੀ ਕਹੂਗੇ ਉਹ ਸਾਡਾ ਕੰਸਰਨ ਨਹੀਂ ਹੋਣਾ ਚਾਹੀਦਾ ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਨੂੰ ਦਿਮਾਗ ਦੇ ਵਿੱਚ ਰੱਖ ਕੇ ਤੇ ਚੱਲਣ ਦੀ ਲੋੜ ਆ ਜੀ ਜੀ ਤੇ ਇਹ ਜਿਹੜਾ ਪਹਿਰਾ ਆਪਾਂ ਪੜ੍ਹਿਆ ਉੱਥੋਂ ਇਹੀ ਪਤਾ ਲੱਗਦਾ ਵੀ ਜਦੋਂ ਬਾਹਰੋਂ ਕੋਈ ਵੇਖਦਾ ਆ ਜੀ ਵੀ ਗੈਰ ਸਿੱਖ ਅੰਦਰ ਨੂੰ ਝਾਤ ਮਾਰਦਾ ਸਾਡੀ ਕਮਿਊਨਿਟੀ ਦੇ ਅੰਦਰ ਤੇ ਉਹਨੂੰ ਆਹ ਦਿਖਦਾ ਜੀ ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਨੂੰ ਕਰੈਕਟ ਕਰਨੇ ਦੀ ਲੋੜ ਆ ਜੀ ਅੱਗੇ ਲਿਖਦੇ ਨੇ ਜੀ by 1799 the Sikhs had obtained their own empire. Maharaja Ranjit Singh, a visionary, decided to adopt the fighting style of the West. ਜੀ He enticed the Sikhs away from their preference for horseback warfare and employed foreign mercenaries to train the Sikh army. The more important of these mercenaries had served under Napoleon. And with their help Ranjit's empire grew. His kingdom was vast from the borders of Tibet in present-day China to Afghanistan, whose conquest returned to India the famous Kohinoor diamond, even today the largest in the world. So ਹੁਣ ਇੱਥੇ ਵੀ ਜਿਹੜੀ ਗੜਬੜ ਹੈ ਨਾ ਜੀ ਥੋੜੀ ਜਿਹੀ ਵੀ ਉਹ ਇਹ ਆ ਵੀ 1799 the Sikhs had obtained their own empire. ਤੇ ਉਹਦੇ ਵਿੱਚ ਇਹ ਹੋ ਜਾਂਦਾ ਵੀ ਜਿਹੜਾ ਸਿੱਖਾਂ ਦਾ ਐਮਪਾਇਰ ਆ ਵੀ ਜਾਂ ਕਹਿ ਲਓ ਵੀ ਸਿੱਖ ਰਾਜ ਜਿਹੜਾ ਆ ਜੀ ਉਹ 1710 ਦੇ ਵਿੱਚ ਵੀ ਬਾਬਾ ਬੰਦਾ ਸਿੰਘ ਨੇ ਕਾਇਮ ਕੀਤਾ ਹੈ ਔਰ ਉਹ ਸਿੱਖ ਸਿਧਾਂਤਾਂ ਦੇ ਮੁਤਾਬਕ ਚੱਲਿਆ ਸਾਰਾ ਕੁਝ ਹੋਇਆ ਤੇ ਉਹ ਤੋਂ ਬਾਅਦ 1799 ਤੋਂ ਵੀ ਪਹਿਲਾਂ 1700 ਆਪਾਂ 65 ਤੋਂ ਲਈਏ ਵੀ ਜਦੋਂ ਮਿਸਲਾਂ ਜਿਹੜੀਆਂ ਆ ਵੀ ਉਹਨਾਂ ਨੇ ਆਪਣਾ ਜਿਹੜਾ ਰਾਜ ਸੀਗਾ ਉਹ ਕਾਇਮ ਕਰ ਲਿਆ ਉਹ ਵੀ ਰਾਜ ਹੀ ਸੀਗਾ ਜੀ ਬਿਲਕੁਲ ਕਿਉਂਕਿ ਫਰਕ ਸਿਰਫ ਇਹ ਹੀ ਆ ਭਈ ਉਹ ਵੀ ਸਿੱਖ ਸੀਗੇ ਮਿਸਲਦਾਰ ਵੀ ਜੀ ਤੇ ਮਹਾਰਾਜਾ ਵੀ ਸਿੱਖ ਸੀਗਾ ਪਰ ਇਹਦਾ ਰਾਜ ਜਿਹੜਾ ਵੀ ਇਹਨੇ ਬਾਕੀ ਜਿਹੜੇ ਸਿੱਖ ਰਾਜ ਸੀਗੇ ਛੋਟੇ ਛੋਟੇ ਵੀ ਪ੍ਰਿੰਸੀਪੈਲਿਟੀਜ਼ ਕਹਿ ਲਓ ਉਹਨਾਂ ਨੂੰ ਰਲਾ ਕੇ ਤੇ ਆਪਣਾ ਜਿਹੜਾ ਵੱਡਾ ਰਾਜ ਆ ਵੀ ਉਹ ਕਾਇਮ ਕਰ ਲਿਆ ਜੀ ਪਰ ਜਿਹੜੀ ਇੱਥੇ ਨਾ ਨੋਟ ਕਰਨੇ ਵਾਲੀ ਗੱਲ ਆ ਭਈ ਮਹਾਰਾਜਾ ਰਣਜੀਤ ਸਿੰਘ ਵਿਜ਼ਨਰੀ ਡਿਸਾਈਡਡ ਟੂ ਅਡਾਪਟ ਦਾ ਫਾਈਟਿੰਗ ਸਟਾਈਲ ਆਫ ਦਾ ਵੈਸਟ ਹੁਣ ਇਹ ਵੈਸਟ ਦਾ ਜਿਹੜਾ ਸਟਾਈਲ ਅਡਾਪਟ ਕਰਨੇ ਨੂੰ ਪੋਜ਼ਿਟਿਵ ਦੱਸ ਰਹੇ ਆ ਪਰ ਜਦੋਂ ਤੁਸੀਂ ਪੜ੍ਹਦੇ ਆ ਨਾ ਸਾਰਾ ਜੀ ਇਹ ਇਤਿਹਾਸ ਤੇ ਉਹਦੇ ਵਿੱਚ ਵੇਖਦੇ ਆ ਵੀ ਫਰਕ ਕੀ ਪਿਆ ਤੇ ਕੀ ਕਾਰਨ ਸੀਗਾ ਤੇ ਉਹ ਸਾਰਾ ਕੁਝ ਜਿਹੜਾ ਆ ਉਹ ਸਾਨੂੰ ਇਹੀ ਦੱਸਦਾ ਵੀ ਬਹੁਤ ਵੱਡੀ ਗਲਤੀ ਸੀਗੀ ਇਹ ਵੀ ਜਿਹੜਾ ਅਸੀਂ ਆਪਣਾ ਜਿਹੜਾ ਟ੍ਰੈਡੀਸ਼ਨਲ ਸੀ ਨਾ ਤਰੀਕਾ ਲੜਨੇ ਦਾ ਉਹ ਗਵਾ ਕੇ ਤੇ ਵੈਸਟ ਦਾ ਜਿਹੜਾ ਆ ਵੀ ਉਹਨੂੰ ਅਖੇ ਵੀ ਅਸੀਂ ਨਕਲ ਮਾਰਨੀ ਸ਼ੁਰੂ ਕਰ ਦਿੱਤੀ ਜੀ ਪਰ ਉਹਦਾ ਕਾਰਨ ਜਿਹੜਾ ਸਮਝਣਾ ਆ ਉਹ ਹੋਰ ਜ਼ਰੂਰੀ ਆ ਕਿਉਂਕਿ ਜਦੋਂ ਨਾ 1808-9 ਦੇ ਵਿੱਚ ਜੀ ਆਕਟਰਲੋਨੀ ਕਰਕੇ ਸੀਗਾ ਦੂਸਰਾ ਅੰਗਰੇਜ਼ ਜਰਨੈਲ ਉਹ ਅੰਮ੍ਰਿਤਸਰ ਆਇਆ ਐਜ਼ ਵਾਇਸਰਾਏ ਦਾ ਰੈਪਰੈਜ਼ੈਂਟੇਟਿਵ ਮਹਾਰਾਜਾ ਰਣਜੀਤ ਸਿੰਘ ਨਾਲ ਗੱਲ ਕਰਨੀ ਤੇ ਉੱਥੇ ਅਖੇ ਭਈ ਉਹਦੇ ਨਾਲ ਜਿਹੜੇ ਫੌਜੀ ਸੀਗੇ ਉਹ ਸੀਗੇ ਬੰਗਾਲੀ ਠੀਕ ਹੈ ਉਹਨਾਂ ਚੋਂ ਬਹੁਤੇ ਮੁਸਲਮਾਨ ਸੀਗੇ ਤੇ ਸ਼ੀਏ ਸੀਗੇ ਵੀ ਇੱਕ ਸ਼ੀਏ ਹੁੰਦੇ ਇੱਕ ਸੁੰਨੀ ਹੁੰਦੇ ਉਹ ਸ਼ੀਏ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਉੱਥੇ ਉਹਨੇ ਖੇਮੇ ਖੂਮੇ ਲਾਏ ਹੋਏ ਸੀ ਤੇ ਗੱਲਬਾਤ ਜਿਹੜੀ ਆ ਵੀ ਉਹ ਇੱਦਾਂ ਕਿਉਂਕਿ ਉਹ ਕਈ ਮਹੀਨੇ ਚੱਲਦਾ ਸੀ ਸਾਰਾ ਸਿਸਟਮ ਤੇ ਉਹਦੇ ਦੌਰਾਨ ਮੁਹੱਰਮ ਆ ਗਿਆ ਤੇ ਜਿਹੜੇ ਸ਼ੀਏ ਸੀਗੇ ਉਹਨਾਂ ਨੇ ਉੱਥੇ ਤਾਜ਼ੀਏ ਕੱਢਣੇ ਸ਼ੁਰੂ ਕਰਤੇ ਅੰਮ੍ਰਿਤਸਰ ਦੇ ਵਿੱਚ ਹੁਣ ਅੰਮ੍ਰਿਤਸਰ ਦੇ ਵਿੱਚ ਅਕਾਲੀ ਫੂਲਾ ਸਿੰਘ ਦਾ ਵੀ ਜਿਹੜਾ ਹੈਗਾ ਜਥਾ ਉਹਦਾ ਵੀ ਛਾਉਣੀ ਉਹਨਾਂ ਨੇ ਲਾਈ ਹੋਈ ਆਪਣੀ ਤੇ ਉਹਨਾਂ ਦਾ ਜੀ ਝੜਪ ਹੋ ਗਈ ਜਦੋਂ ਤਾਜ਼ੀਏ ਨਿਕਲੇ ਆ ਤਾਂ ਤੇ ਉਹ ਝੜਪ ਜਿਹੜੀ ਚੱਲ ਰਹੀ ਆ ਆਪਸ ਦੇ ਵਿੱਚ ਜਿਹੜੀ ਆ ਵੀ ਪੂਰੀ ਇੱਕ ਤਰ੍ਹਾਂ ਨਾਲ ਕਹ ਲਓ ਵੀ ਜੰਗ ਪ੍ਰੋਪਰ ਜਿਹੜੀ ਵੀ ਉਹ ਸ਼ੁਰੂ ਹੋ ਗਈ ਠੀਕ ਹੈ ਤੇ ਇੱਧਰੋਂ ਅਖੇ ਵੀ ਸੱਦਾ ਗਿਆ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇੱਦਾਂ ਵੀ ਜੰਗ ਛਿੜ ਗਈ ਆ ਤੇ ਉੱਧਰੋਂ ਆਕਟਰਲੋਨੀ ਨੂੰ ਗਿਆ
ਇਹਨਾਂ ਨੇ ਆਪਸ ਵਿੱਚ ਡਿਸਾਈਡ ਕਰਕੇ ਤੇ ਕਿਹਾ ਵੀ ਤੁਸੀਂ ਆਪਣੇ ਬੰਦਿਆਂ ਨੂੰ ਠੰਡੇ ਕਰੋ, ਅਸੀਂ ਆਪਣੇ ਬੰਦਿਆਂ ਨੂੰ ਕਰਦੇ ਹਾਂ। ਠੀਕ ਹੈ। ਤੇ ਇਹਨੇ ਔਕਟਰਲੋਨੀ ਨੇ ਹੁਕਮ ਕੀਤਾ, ਉਹਦੇ ਜਿਹੜਾ ਥੱਲੇ ਜਰਨੈਲ ਸੀਗਾ ਉਹਨੇ ਆਖਿਆ ਵੀ ਇੱਕ ਅਟੈਂਸ਼ਨ ਕੀਤੀ ਤੇ ਆਖਿਆ ਵੀ ਲੈਣ ਹਾਜ਼ਰ ਕਰ ਦਿੱਤੇ ਸਾਰੇ। 2 ਕੋਨੇ ਕਮਾਂਡਾਂ ਦਿੱਤੀਆਂ, ਉਹ ਸਾਰੇ ਜਿਹੜੇ ਸੀਗੇ ਬੰਗਾਲੀ ਤੇ ਉਹ ਆਖਿਆ ਲੈਣ ਦੇ ਵਿੱਚ ਲੱਗ ਗਏ ਉੱਥੇ। ਤੇ ਇੱਧਰੋਂ ਮਹਾਰਾਜਾ ਰਣਜੀਤ ਸਿੰਘ ਆਪ ਜਾ ਕੇ ਪਹਿਲਾਂ ਮਹੂਰਾਂ ਨੂੰ ਭੇਜਿਆ, ਉਹਨਾਂ ਨੇ ਆਖਿਆ ਰੌਲਾ ਰੌਲਾ ਪਾਇਆ, ਫਿਰ ਮਹਾਰਾਜਾ ਰਣਜੀਤ ਸਿੰਘ ਆਪ ਜਾ ਕੇ ਰੌਲਾ ਪਾਉਂਦਾ ਰਿਹਾ ਵੀ ਹਟ ਜਾਓ, ਨਾ ਕਰੋ ਨਾ ਕਰੋ। ਤੇ ਉਹ ਆਖੇ ਜੀ ਉਹ ਤੇ ਦਵੀੜਾਂ ਚੁਕਾਉਣ ਨੂੰ ਲੱਗਣ ਵੀ ਤੁਸੀਂ ਭਾਵੇਂ ਲੈਣ ਹਾਜ਼ਰ ਹੋਈ ਚਲੋ, ਜੋ ਮਰਜ਼ੀ ਹੋਈ ਜਾਵੇ, ਅਸੀਂ ਤਾਂ ਤੁਹਾਨੂੰ ਇੱਥੋਂ ਭਜਾ ਕੇ ਹਟਾਂਗੇ। ਤੇ ਉਹਦੀ ਗੱਲ ਕੋਈ ਨਾ ਸੁਣੇ ਮਹਾਰਾਜੇ ਦੀ। ਤੇ ਉੱਥੋਂ ਉਹਨੂੰ ਇਹ ਸਮਝ ਲੱਗੀ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਕਹਿ ਲਓ ਵੀ ਨਤੀਜੇ ਕੱਢੇ ਆ, ਵੀ ਉਹ ਪਤਾ ਨਹੀਂ ਹੁਣ ਅੰਗਰੇਜ਼ਾਂ ਨਾਲ ਗੱਲ ਕਰਕੇ ਕੱਢੇ ਜਾਂ ਕਿੱਦਾਂ ਕੱਢੇ ਜੀ, ਪਰ ਉਹ ਇਸ ਨਤੀਜੇ ਤੇ ਪਹੁੰਚਿਆ ਵੀ ਜਿਹੜੀ ਮੇਨ ਗੱਲ ਆ ਵੀ ਉਹ ਇਹ ਆ ਵੀ ਉਹਨਾਂ ਦੀ ਪਰੇਡ ਸਾਰੀ ਜਿਹੜੀ ਆ, ਸਿਸਟਮ ਜਿਹੜਾ ਸਾਰਾ ਆ ਉਹ ਹੈ ਹੀ ਇਹ ਵੀ ਜਿਹੜੀ ਫੌਜ ਆ ਉਹਦੀ ਟ੍ਰੇਨਿੰਗ ਹੀ ਇਹ ਹੁੰਦੀ ਆ ਵੀ ਜਦੋਂ ਜਰਨੈਲ ਨੇ ਹੁਕਮ ਕੀਤਾ ਜੀ ਤੁਸੀਂ ਮੰਨਣਾ। ਜੇ ਉਹਨੇ ਕਿਹਾ ਬਹਿ ਜਾਓ ਤੁਸੀਂ ਬਹਿ ਜਾਣਾ, ਜੇ ਉਹਨਾਂ ਨੇ ਕਿਹਾ ਖੜੇ ਹੋ ਜਾਓ ਤੁਸੀਂ ਖੜੇ ਹੋ ਜਾਣਾ, ਜੇ ਕਿਹਾ ਲੈਫਟ ਰਾਈਟ ਜਾਂ ਦੂਸਰਾ ਸਾਵਧਾਨ ਬੇਸਰਾਮ ਜਿੱਦਾਂ ਵੀ ਉਹਨਾਂ ਨੇ ਬਸ ਜੋ ਜਰਨੈਲ ਨੇ ਹੁਕਮ ਕਰ ਦਿੱਤਾ ਬਸ ਉਹ ਮੰਨਣਾ। ਇਹ ਟ੍ਰੇਨਿੰਗ ਆ ਸਾਡੀ। ਉਹਨੇ ਫਿਰ ਜਿਹੜੇ ਜਰਨੈਲ ਕੀਤੇ ਨਾ ਦੂਸਰੇ ਮਰਸਨਰੀਜ਼ ਜਿਹੜੇ ਲਿਖੇ ਆ ਵੀ ਨਪੋਲੀਅਨ ਦੇ ਤੇ ਹੋਰ ਜਿਹੜੇ ਸੀਗੇ ਵੀ ਫਰੈਂਚ, ਜਰਮਨ, ਅਮਰੀਕਨ ਵੀ ਸੀ, ਤੇ ਉਹ ਸਾਰੇ ਜਿਹੜੇ ਆ ਜਰਨੈਲ ਉਹਨੇ ਉਦੋਂ ਹਾਇਰ ਕਰਨੇ ਸ਼ੁਰੂ ਕੀਤੇ। ਤੇ ਉਹਦੇ ਵਿੱਚ ਫਿਰ ਉਹਨੇ ਇਹ ਕੀਤਾ ਵੀ ਸਿੱਖਾਂ ਨੂੰ ਹੁਕਮ ਦਾ ਗੁਲਾਮ ਬਣਾਇਆ। ਭਈ ਜਿਹੜੀ ਇੰਡੀਪੈਂਡੈਂਸ ਸੀਗੀ, ਜਿਹੜੀ ਆਪ ਸਿਚੁਏਸ਼ਨ ਵੇਖ ਕੇ ਫੈਸਲਾ ਕਰਨੇ ਵਾਲੀ ਨੀਤੀ ਸੀ, ਉਹ ਤੋਂ ਹੌਲੀ ਹੌਲੀ ਕਰਕੇ ਤੇ ਮੰਨ ਲਓ ਦੂਰ ਕਰ ਦਿੱਤਾ ਸਿੱਖਾਂ ਨੂੰ। ਉਹਦਾ ਨਤੀਜਾ ਇਹ ਨਿਕਲਿਆ ਵੀ ਜਦੋਂ ਪਹਿਲੀ ਜੰਗ ਹੁੰਦੀ ਆ 1846 ਦੇ ਵਿੱਚ, ਭਈ ਜਿਹੜੀ ਸਿੱਖਾਂ ਦੇ ਵਿੱਚ ਤੇ ਅੰਗਰੇਜ਼ਾਂ ਦੇ ਵਿੱਚ ਹੋਈ ਜੀ। ਹੁਣ ਆਪਾਂ ਸਾਰੇ ਜਾਣਦੇ ਹਾਂ ਵੀ ਕਿਵੇਂ ਵੀ ਆਪਾਂ ਕਹੀਦਾ ਵੀ ਲਾਲ ਸਿੰਘ ਨੇ ਜਾਂ ਤੇਜ ਸਿੰਘ ਨੇ ਹੁਕਮ ਹੀ ਨਹੀਂ ਕੀਤਾ ਦਿੱਤਾ ਹਮਲੇ ਦਾ, ਨਹੀਂ ਤਾਂ ਜੇ ਹੁਕਮ ਦੇਣ ਦਾ ਤੇ ਅਸੀਂ ਜਿਹੜੇ ਅੰਗਰੇਜ਼ ਸੀਗੇ ਵੀ ਉਹਨਾਂ ਦੀਆਂ ਦਵੀੜਾਂ ਚੁਕਾ ਦੇਣੀਆਂ ਤੇ ਹਾਰੇ ਪਏ ਸੀ, ਉਹ ਤੇ ਬਿਲਕੁਲ ਐਂ ਹਥਿਆਰ ਛੱਡੀ ਬੈਠੇ। ਤੇ ਉਹ ਜਿਹੜਾ ਆ ਹੁਕਮ ਦਾ ਗੁਲਾਮ ਕੀਤਾ ਗਿਆ ਵੀ। ਔਰ ਉੱਤੇ ਜਿਹੜੇ ਜਰਨੈਲ ਆ ਉਹ ਆਪਾਂ ਪਹਿਲਾਂ ਗੱਲ ਕੀਤੀ ਵੀ ਜਾਂ ਹਿੰਦੂ ਸੀਗੇ ਡੋਗਰੇ ਤੇ ਬਾਹਮਣ, ਤੇ ਜਾਂ ਉਹ ਜਿਹੜੇ ਮੁਸਲਮਾਨ ਤੋਂ ਭਰਾ ਸੀਗੇ, ਜਿਹੜੇ ਉਹ ਮੁਸਲਮਾਨ ਸੀਗੇ ਉਹ ਤੇ ਮਤਲਬ ਹਮੇਸ਼ਾ ਵਫਾਦਾਰ ਰਹੇ ਜੀ ਮਹਾਰਾਜਾ ਰਣਜੀਤ ਸਿੰਘ ਦੀ ਜਾਂ ਕਹਿ ਲਓ ਸਿੱਖ ਰਾਜ ਦੇ। ਤੇ ਜਿਹੜੇ ਸੀਗੇ ਡੋਗਰੇ, ਧਿਆਨ ਸਿੰਘ ਡੋਗਰਾ ਤੇ ਦੂਸਰਾ ਜਿਨ੍ਹਾਂ ਨੇ ਚੱਕ ਕੇ ਤੇ ਸਾਰਾ ਜਿਹੜਾ ਆ ਵੀ ਹਰੀ ਸਿੰਘ, ਇਹੋ ਜਿਹੇ ਜਿਹੜੇ ਸੀਗੇ ਵੀ ਉਹ ਜੰਮੂ ਕਸ਼ਮੀਰ ਜਿਹੜਾ ਵੀ ਇਹ ਖਰੀਦ ਲਿਆ ਅੰਗਰੇਜ਼ਾਂ ਤੋਂ, ਪਹਿਲਾਂ ਸਿੱਖਾਂ ਨੂੰ ਧੋਖਾ ਦਿੱਤਾ। ਜਦੋਂ ਫਿਰ ਸਿੱਖ ਰਾਜ ਖਤਮ ਕਰਤਾ ਉਹਦੇ ਅਵਾਰਡ ਵਜੋਂ ਰਿਵਾਰਡ ਵਜੋਂ ਉਹਨਾਂ ਨੇ ਵੀ ਉਹ ਜਿਹੜਾ ਜੰਮੂ ਕਸ਼ਮੀਰ ਆ ਉਹ ਖਰੀਦਿਆ ਫਿਰ ਡੋਗਰਿਆਂ ਨੇ। ਤੇ ਉਹ ਅਜੇ ਤੱਕ ਵੀ ਉੱਥੇ ਜਿਹੜੇ ਆ ਵੀ ਇਹ ਹੁਣ ਵੱਜਦੇ ਆ ਵੀ ਇਹ ਜੀ ਉੱਥੇ ਦੀ ਰਾਇਲ ਫੈਮਿਲੀ ਆ ਡੋਗਰੇ। ਤੇ ਜਿਹੜੇ ਸੀਗੇ ਆਪਣਾ ਬਾਹਮਣ, ਲਾਲ ਸਿੰਘ ਤੇ ਤੇਜ ਸਿੰਘ, ਇਹ ਦੋਵੇਂ ਬਾਹਮਣ ਸੀ। ਸੋ ਇਹਨਾਂ ਨੇ ਚੁੱਪ ਕਰਕੇ ਆਖਿਆ ਵੀ ਸਾਰਾ ਜਿਹੜਾ ਆ ਵੀ ਉਹ ਸਿੱਖ ਫੌਜ ਜਿਹੜੀ ਆ ਉਹਨੂੰ ਹਰਾਇਆ ਜੀ। ਉਹ ਤੋਂ ਬਾਅਦ ਆਰਾਮ ਨਾਲ ਆਪਣਾ ਮਾਲ ਲੈ ਕੇ ਤੇ ਗਾਂਹ ਗਏ ਜੀ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਡੇ ਦੇਖਣ ਵਾਲੀਆਂ ਵੀ ਜਿਹੜੇ ਕਿਸੇ ਚੀਜ਼ ਨੂੰ ਪੋਜ਼ਿਟਿਵਲੀ ਪੇਸ਼ ਕਰਦੇ ਆ, ਅਸੀਂ ਉਹਨੂੰ ਪੋਜ਼ਿਟਿਵਲੀ ਮੰਨ ਨਾ ਲਈਏ ਸਿਰਫ ਐਟ ਦਾ ਸਰਫੇਸ ਦੇਖ ਕੇ। ਜ਼ਰੂਰੀ ਆ ਵੀ ਉਹਦੀ ਘੋਖ ਪੜਤਾਲ ਤੇ ਫਰਦਰ ਜਿਹੜੀ ਆ ਵੀ ਜਾਣਕਾਰੀ ਲਈਏ ਵੀ ਸਿਧਾਂਤਾਂ ਦੇ, ਕਿਉਂਕਿ ਜਿਹੜਾ ਸਿੱਖ ਗੁਰਮਤ ਸਿਧਾਂਤ ਜਿਹੜੇ ਉਹਨਾਂ ਨੂੰ ਪੈਮਾਨਾ ਜਦੋਂ ਲੈ ਕੇ ਆਪਾਂ ਪੜ੍ਹਦੇ ਹਾਂ ਫਿਰ ਉਹ ਚੀਜ਼ਾਂ ਜਿਹੜੀਆਂ ਉਹ ਸਮਝ ਆਉਣ ਲੱਗਦੀਆਂ। ਕਿਉਂਕਿ 1823 ਤੱਕ ਵੀ ਜਿਹੜੀ ਡੈਥ ਹੁੰਦੀ ਆ ਆਪਣਾ ਅਕਾਲੀ ਫੂਲਾ ਸਿੰਘ ਦੀ ਸ਼ਹੀਦੀ ਜਿਹੜੀ ਆ ਉਹ ਵੀ ਇਸੇ ਕਰਕੇ ਹੀ ਹੁੰਦੀ ਆ ਵੀ ਅਕਾਲੀ ਫੂਲਾ ਸਿੰਘ ਉਹਨਾਂ ਨੇ ਵੀ ਅਰਦਾਸਾ ਸੋਧ ਦਿੱਤਾ ਵੀ ਠੀਕ ਆ ਵੀ ਉਹ ਲੜਦੇ ਪਏ ਉੱਧਰ ਪਸ਼ਾਵਰ ਲਾਗੇ, ਮੁਲਤਾਨ ਲਾਗੇ, ਮੁਲਤਾਨ ਲਾਗੇ ਲੜਦੇ ਪਏ। ਤੇ ਉੱਥੇ ਆਖੇ ਭਈ ਜਦੋਂ ਹਮਲੇ ਦਾ ਹੋ ਗਿਆ ਵੀ ਠੀਕ ਆ ਵੀ ਅਸੀਂ ਹਮਲਾ ਕਰ ਦੇਣਾ ਵੀ ਅਰਦਾਸਾ ਸੋਧ ਦਿੱਤਾ ਗਿਆ ਜੀ। ਤੇ ਇੱਧਰੋਂ ਮਹਾਰਾਜਾ ਰਣਜੀਤ ਸਿੰਘ ਕੋਲੇ ਖਬਰ ਪਹੁੰਚ ਗਈ ਵੀ ਉਹ ਜਿਹੜਾ ਤੋਪਖਾਨਾ ਆ ਵੀ ਲਾਹੌਰ ਤੋਂ ਪਹੁੰਚਦਿਆਂ ਵੀ 2.5 ਘੰਟੇ ਲੱਗ ਜਾਣੇ ਆ। ਤੇ ਉਹਨਾਂ ਨੇ ਆਖਿਆ ਜੀ ਵੀ ਮਹਾਰਾਜਾ ਰਣਜੀਤ ਸਿੰਘ ਨੇ ਮੈਸੇਜ ਭੇਜਿਆ ਹੈ ਅਕਾਲੀ ਫੂਲਾ ਸਿੰਘ ਨੂੰ ਭਈ ਆਪਾਂ ਰੁਕ ਜਾਈਏ, ਵੀ ਤੋਪਖਾਨਾ ਆਣ ਦਈਏ ਤੇ ਫਿਰ ਹਮਲਾ ਕਰਾਂਗੇ। ਉਹ ਕਹਿੰਦੇ ਵੀ ਹੁਣ ਤੇ ਅਰਦਾਸਾ ਸੋਧ ਦਿੱਤਾ ਵੀ ਹੁਣ ਜੇ ਅਰਦਾਸ ਕਰਕੇ ਅਸੀਂ ਵਾਪਸ ਰੁਕਦੇ ਹਾਂ ਫਿਰ ਤੇ ਇਹ ਵੀ ਸਾਡੇ ਜਿੰਨੇ ਸਿਧਾਂਤ ਆ ਤੇ ਹੋਰ ਸਾਰਾ ਵੀ ਉਹਦੇ ਨਾਲ ਇਹ ਵੀ ਇਹ ਬਹੁਤ ਵੱਡਾ ਧੋਖਾ ਹੋਊਗਾ। ਤੇ ਉਹਨਾਂ ਨੇ ਮਨਾ ਕਰਤਾ। ਸੋ ਫਿਰ ਜਿਹੜਾ ਮਿਸਲ ਸ਼ਹੀਦਾਂ ਦਾ ਜਥਾ ਆ ਅਕਾਲੀ ਫੂਲਾ ਸਿੰਘ ਦਾ, ਉਹ ਜਾ ਕੇ ਤੇ ਉਹਨਾਂ ਨੇ ਮਹੱਲਾ ਬੋਲ ਦਿੱਤਾ, ਇਹ ਪਿੱਛੇ ਖੜੇ ਰਹੇ ਜਿਹੜੀ ਬਾਕੀ ਮਹਾਰਾਜਾ ਰਣਜੀਤ ਸਿੰਘ ਦੀ ਥੱਲੇ ਵਾਲੀ ਫੌਜ ਸੀ। ਹੁਣ ਉਹਦਾ ਨਤੀਜਾ ਕੀ ਹੋਇਆ ਵੀ ਅਕਾਲੀ ਫੂਲਾ ਸਿੰਘ ਦੇ ਜਥੇ ਨੇ ਮਤਲਬ ਜੰਗ ਤੇ ਜਿੱਤ ਲਈ ਜੀ, ਵੀ ਉਹ ਜਿਹੜਾ ਹੱਲਾ ਸੀਗਾ ਉਹ ਤੇ ਕਾਮਯਾਬ ਹੋ ਗਿਆ, ਪਰ ਆਪ ਜਿਹੜੀ ਉਹਨਾਂ ਦੀ ਲਾਈਫ ਸੀਗੀ ਵੀ ਉਹ ਉੱਥੇ ਵੀ ਖਤਮ ਹੋ ਗਈ।
ਸੋ ਇਹ ਚੀਜ਼ਾਂ ਜਿਹੜੀਆਂ ਆ ਵੀ ਇਹ ਧਿਆਨ 'ਚ ਰੱਖਣ ਵਾਲੀਆਂ, ਬਿਲਕੁਲ, ਕਿਉਂਕਿ ਸਾਡੀ ਸਟਰੈਂਥ ਜਿਹੜੀ ਹੈ ਨਾ ਵੀ ਜਦੋਂ ਆਪਾਂ ਇਹ ਕਹਿੰਦੇ ਆ ਵੀ ਜਿਹੜਾ ਐਜੂਕੇਸ਼ਨ ਸਿਸਟਮ ਅੰਗਰੇਜ਼ਾਂ ਨੇ ਲਿਆ ਕੇ ਲਾਇਆ ਜੀ, ਤੇ ਉਹਨੇ ਜੇ ਹਿਸਾਬ ਨਾਲ ਸਾਡੀ ਜਿਹੜੀ ਮਾਨਸਿਕਤਾ ਆ ਚੇਂਜ ਕੀਤਾ, ਉਹਨੂੰ ਚੇਂਜ ਕੀਤਾ। ਉਹ ਤੋਂ ਪਹਿਲਾਂ ਆ ਵੀ ਗੱਲਾਂ ਜਿਹੜੀਆਂ ਆ ਵੀ ਇਹਨਾਂ ਨੇ ਵੀ ਮਾਨਸਿਕਤਾ ਸਾਡੀ ਜਿਹੜੀ ਆ ਵੀ ਉਹ ਚੇਂਜ ਕੀਤੀ ਆ। ਬਿਲਕੁਲ, ਔਰ ਸਾਨੂੰ ਜੇ ਅਸੀਂ ਉਹ ਵਾਪਸ ਰੀਡਿਸਕਵਰ ਕਰਨੀ ਆ ਮਾਨਸਿਕਤਾ ਜਿਹੜੀ ਗੁਰੂ ਪਾਤਸ਼ਾਹ ਨੇ ਘੜੀ ਹੈ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਵੀ 200 ਸਾਲ ਦੇ ਟਾਈਮ ਦੇ ਦੌਰਾਨ ਜਿਹੜੀ ਸਿੱਖ ਦੀ ਖਾਲਸੇ ਦੀ ਮਾਨਸਿਕਤਾ ਘੜੀ ਗਈ, ਜੀ ਬਿਲਕੁਲ, ਉਹ ਹੌਲੀ ਹੌਲੀ ਕਰਕੇ ਇਦਾਂ ਜਿਹੜੇ ਇਹ ਪੜਾਅ ਆਏ ਆ ਵੀ ਇਹਨਾਂ ਦੇ ਉੱਤੇ ਵੀ ਉਹ ਬਦਲੀ ਗਈ। ਤੇ ਉਹ ਜੇ ਅਸੀਂ ਪਛਾਣ ਲੈਂਦੇ ਆ, ਸਹੀ ਗੱਲ, ਤੇ ਉਹ ਦੁਬਾਰ ਤੋਂ ਜਿਹੜਾ ਆ ਵੀ ਉਹਨੂੰ ਰੀਡਿਸਕਵਰ ਕਰਨਾ ਤੇ ਉਹਨੂੰ ਫੇਰ ਕਰਨਾ ਇੰਡੀਵਿਜੂਅਲ ਲੈਵਲ ਦੇ ਉੱਤੇ, ਤੇ ਉਹ ਤਾਂ ਹੀ ਪੋਸੀਬਲ ਹੋਣਾ, ਨਹੀਂ ਤਾਂ ਬਸ ਅਸੀਂ ਕਹਿ ਲਓ ਵੀ ਇੱਦਾਂ ਹੀ ਰੁਲੀ ਜਾਣਾ ਹੈ। ਇਹ ਵੀ ਠੀਕ ਹੈ ਜੀ। ਤੇ ਅੱਗੇ ਜਿਹੜਾ ਆ ਵੀ ਉਹ ਲਿਖਦੇ ਆ ਜੀ in 1839 after Ranjit Singh's death his son Dalip Singh converted to Christianity. He came under the control of the British, then gaining ground in India and even presented the Kohinoor to Queen Victoria, who had the mountain light, ਜਿਹੜਾ Kohinoor ਦਾ ਅੰਗਰੇਜ਼ੀ translation mountain light ਹੁੰਦਾ, cut to 1/3 its size. Dalip Singh was reduced to the status of fancy toy in the court of Queen Victoria. The Sikh homeland which had become a reality was now once again a dream. ਹੁਣ ਆਹ ਜਿਹੜਾ ਸੈਂਟੈਂਸ ਹੈ ਨਾ but in 1839 after Ranjit Singh's death his son Dalip Singh converted to Christianity. ਇਹ ਗਲਤ ਆ, ਕਿਉਂਕਿ 1839 ਦੇ ਵਿੱਚ ਨਹੀਂ ਉਹ ਕ੍ਰਿਸਚੀਅਨ ਬਣਿਆ ਸੀਗਾ ਦਲੀਪ ਸਿੰਘ। 1846 ਦੀ ਜਿਹੜੀ ਜੰਗ ਆ ਜੀ, ਉਹ ਤੋਂ ਬਾਅਦ ਜਾ ਕੇ, ਉਹ ਤੋਂ ਵੀ 1849 ਦੇ ਵਿੱਚ ਜਾ ਕੇ ਤੇ ਉਹਨੇ ਇਹ ਜਿਹੜਾ ਆ ਧਰਮ ਆਪਣਾ ਚੇਂਜ ਕੀਤਾ। ਉਹਨੇ ਵੀ ਕਾਹਦਾ ਚੇਂਜ ਕੀਤਾ, ਉਹ ਨਿਆਣਾ ਸੀ, ਤੇ ਉਹ ਜਿਹੜਾ ਚੇਂਜ ਕੀਤਾ ਉਹ ਤੇ ਜਿਹੜੇ ਕਹਿ ਲਓ ਵੀ ਈਸਾਈ ਸੀਗੇ, ਲੇਡੀ ਲੋਗਨ ਤੇ ਲਾਰਡ ਲੋਗਨ, ਉਹ ਲੈ ਗਏ ਇਹਨੂੰ ਅਡਾਪਟ ਕਰਕੇ, ਤੇ ਉਹਨਾਂ ਨੇ ਫਿਰ ਜਿਹੜਾ ਆ ਵੀ ਧਰਮ ਜਿਹੜਾ ਉਹਨੂੰ ਐਜ਼ ਕ੍ਰਿਸਚੀਅਨ ਰੇਜ਼ ਕੀਤਾ। ਪਰ ਜਦੋਂ ਉਹਨੂੰ ਪਤਾ ਲੱਗਿਆ ਆਪਣੀ ਕਹਾਣੀ ਦਾ ਵੀ ਮੇਰਾ ਪਿਓ ਕੌਣ ਸੀਗਾ ਤੇ ਮੇਰੀ ਮਾਂ ਅਜੇ ਵੀ ਉੱਥੇ ਬੈਠੀ ਆ ਇੰਡੀਅਨ ਸਬ ਕੰਟੀਨੈਂਟ ਦੇ ਵਿੱਚ ਕਿਤੇ, ਤੇ ਫਿਰ ਉਹਨੇ ਦੁਬਾਰ ਤੋਂ ਆਪਣਾ ਜਿਹੜਾ ਰੀਡਿਸਕਵਰ ਕੀਤਾ ਧਰਮ ਵੀ ਤੇ ਆਪਣਾ ਹੈਰੀਟੇਜ ਵੀ। ਤੇ ਉਹ ਜਿਹੜੀਆਂ ਆਪਾਂ ਫੋਟੋ ਵੇਖੀ ਦੀਆਂ ਹਰਦਲੀਪ ਸਿੰਘ ਦੀਆਂ, ਜੀ ਬਿਲਕੁਲ, ਉਹ ਹੋਈ ਆ ਵੀ ਜਦੋਂ ਉਹਨੇ ਆਪਣੇ ਆਪ ਨੂੰ ਰੀਡਿਸਕਵਰ ਕੀਤਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਇਹਦੇ ਉੱਤੇ ਫਿਰ ਥੋੜ੍ਹਾ ਜਿਹਾ ਜਿਹੜਾ ਆ ਵੀ ਉਹ ਕਲੈਰਿਟੀ ਮੰਗਦੀਆਂ। ਜੀ ਜੀ, ਤੇ ਇਹ ਗੱਲ ਠੀਕ ਆ ਵੀ ਉਹ ਕੋਹਿਨੂਰ ਜਿਹੜਾ ਆ ਵੀ ਉਹ ਤੋੜ ਦਿੱਤਾ ਗਿਆ ਸੀ 3 ਹਿੱਸਿਆਂ ਜਾਂ 4 ਹਿੱਸਿਆਂ ਦੇ ਵਿੱਚ, ਤੇ ਅਜੇ ਵੀ ਜਿਹੜਾ ਇੰਗਲੈਂਡ ਦਾ ਕਰਾਊਨ ਆ ਕੁਈਨ ਐਲਿਜ਼ਬੈਥ ਦਾ ਵੀ, ਉਹਦੇ ਵਿੱਚ ਵੀ ਮੇਨ ਜਿਹੜਾ ਹੀਰਾ ਆ ਉਹ ਇਹਦਾ ਹੀ ਜਿਹੜਾ ਛੋਟਾ ਕੀਤਾ ਹੋਇਆ ਉਹ ਹੀ ਆ ਜੀ। ਤੇ ਅੱਗੇ ਲਿਖਦੇ ਨੇ ਜੀ ਵੀ ਈਵਨ ਦ ਰਿਲੀਜਨ ਆਫ ਗੁਰੂ ਨਾਨਕ ਕੇਮ ਅੰਡਰ ਸੀਜ ਐਟ ਦਿਸ ਟਾਈਮ, ਕ੍ਰਿਸਚੀਅਨ ਮਿਸ਼ਨਰੀਜ਼ ਫਲੋਕਡ ਟੂ ਦ ਪੰਜਾਬ after Dalip Singh's conversion, as did members of a formidable Hindu organization known as the Arya Samaj. Sikhs had little problem skirting the wily missionaries, but the Arya Samajists confused them and succeeded in convincing many to return to the purity of the Hindu fold. ਹੁਣ ਇਹ ਵੀ ਠੀਕ ਆ ਵੀ ਇੱਕ ਤੇ ਇਹ ਵੀ ਮਿਸ਼ਨਰੀ ਜਿਹੜੇ ਆ ਜੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਾਂ ਦਲੀਪ ਸਿੰਘ ਦੇ ਕਨਵਰਟ ਕਰਨੇ ਤੋਂ ਬਾਅਦ ਨਹੀਂ ਆਏ ਪੰਜਾਬ ਦੇ ਵਿੱਚ, ਉਹਦੇ ਬਹੁਤ ਪਹਿਲਾਂ ਆ ਗਏ। ਖਾਸ ਤੌਰ ਦੇ ਉੱਤੇ ਵੀ ਜਿਹੜਾ ਉਹਨਾਂ ਨੇ ਮੇਨ ਜਿਹੜਾ ਆਪਣੇ ਅੱਡੇ ਬਣਾਏ ਆ ਉਦੋਂ ਬਣਾਏ ਜਦੋਂ ਜਿਹੜੀ 1809 ਵਾਲੀ ਆ ਸੰਧੀ ਜਦੋਂ ਉਹ ਹੋ ਗਈ ਆ ਜੀ, ਉਸ ਵੇਲੇ ਉਹ ਦੂਸਰੇ ਜਿਹੜੇ ਸਤਲੁਜ ਤੋਂ ਪਰਲੇ ਪਾਸੇ ਵਾਲੇ ਸੀਗੇ ਵੀ ਉੱਥੇ ਉਹਨਾਂ ਨੇ ਬਹੁਤ ਮਿਸ਼ਨ ਖੋਲ੍ਹ ਲਏ। ਇਨਫੈਕਟ ਲੁਧਿਆਣੇ ਜਿਹੜਾ ਮਿਸ਼ਨ ਆ ਵੀ ਉਹ ਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਉੱਤੇ ਖੁੱਲ੍ਹ ਗਿਆ, ਤੇ ਉੱਥੇ ਉਹਨਾਂ ਨੇ ਟਰਾਂਸਲੇਸ਼ਨਾਂ ਵੀ ਕੀਤੀਆਂ, ਹੋਰ ਵੀ ਸਭ ਕੁਛ ਕੀਤਾ। ਫਿਰ ਉਹ ਜਿਹੜਾ ਇੱਕ ਜਰਨੈਲ ਸੀਗਾ ਮੈਲਕਮ, ਉਹਨੇ 1812 ਦੇ ਵਿੱਚ ਦ ਸਿੱਖਸ ਜਿਹੜੀ ਆ ਕਿਤਾਬ ਉਹ ਵੀ ਲਿਖੀ ਆ। ਠੀਕ ਹੈ। ਤੇ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਵੀ ਉਹ ਕਾਫੀ ਹੈਗੀਆਂ ਜਿਹਦੇ ਵਿੱਚ ਵੀ ਫਿਰ ਉਹ ਹਾਵੀ ਹੈਗਾ ਵੀ ਜਿਹੜਾ ਆਰੀਆ ਸਮਾਜੀਆਂ ਵਾਲਾ ਉਹ ਗੱਲ ਠੀਕ ਆ ਵੀ ਸਿੱਖਾਂ ਲਈ ਜਿਹੜੇ ਕ੍ਰਿਸਚੀਅਨ ਮਿਸ਼ਨਰੀਜ਼ ਦੀ ਕਹਿ ਲਓ ਵੀ ਸੇਲਸ ਪਿੱਚ ਹੁੰਦੀ ਸੀਗੀ ਵੀ ਜੇ ਮੰਨ ਲਓ ਕੋਈ ਕ੍ਰਿਸਚੀਅਨ ਮਿਸ਼ਨਰੀ ਆ ਕੇ ਤੁਹਾਨੂੰ ਕਨਵਿੰਸ ਕਰਦਾ ਆ ਵੀ ਈਸਾਈ ਬਣ ਜਾ, ਤੇ ਉਹਦਾ ਅਸਰ ਜਿਹੜਾ ਆ ਬਹੁਤ ਘੱਟ ਹੋਣੇ ਦੀ ਸੰਭਾਵਨਾ ਸੀ, ਕਿਉਂਕਿ ਉਹਨੂੰ ਪਤਾ ਨਹੀਂ ਸੀ ਵੀ ਤੁਹਾਡੇ ਬਲੀਫ ਸਿਸਟਮ ਹੈ ਕੀ ਆ, ਵੀ ਕਿਹੜੀ ਚੀਜ਼ ਮੈਂ ਤੁਹਾਨੂੰ ਕਹੂੰਗਾ ਵੀ ਤੁਸੀਂ ਧਿਆਨ ਨਾਲ ਸੁਣਨਾ। ਬਿਲਕੁਲ। ਪਰ ਜਿਹੜੇ ਆਰੀਆ ਸਮਾਜੀ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਸਿੱਖ ਕੀ ਬਲੀਵ ਕਰਦੇ ਆ, ਉਹਨਾਂ ਨੇ ਜੇ ਹਿਸਾਬ ਦੇ ਨਾਲ ਪਿੱਚ ਕੀਤਾ ਜੀ ਉਹਨੇ ਸਿੱਖਾਂ ਨੂੰ ਬਿਲਕੁਲ ਭੰਬਲ ਭੂਸੇ 'ਚ ਪਾਇਆ। ਔਰ ਮਿਸਾਲ ਦੇ ਤੌਰ ਦੇ ਉੱਤੇ ਵੀ ਸਿੱਖਾਂ ਨੇ ਕਿਉਂ
ਜਿਹੜਾ ਦਇਆਨੰਦ ਸਰਸਵਤੀ ਸੀਗਾ ਭਈ ਉਹਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਬੋਲਣੇ ਲਈ ਸਟੇਜ ਜੇ ਕਿਸੇ ਨੇ ਦਿੱਤੀ ਤੇ ਸਿੱਖਾਂ ਨੇ ਦਿੱਤੀ ਲਾਹੌਰ ਦੇ ਵਿੱਚ ਗੁਰਦੁਆਰੇ ਦੇ ਅੰਦਰ। ਔਰ ਉਹਦਾ ਕਾਰਨ ਇਹ ਸੀਗਾ ਭਈ ਉਹ ਆਰੀਆ ਸਮਾਜੀ ਇਹ ਕਹਿਣਦੇ ਸੀ ਭਈ ਅਖੇ ਵੀ ਅਸੀਂ ਨਾ ਮੂਰਤੀ ਪੂਜਾ 'ਚ ਯਕੀਨ ਕਰਦੇ ਹਾਂ, ਨਾ ਅਸੀਂ ਜਾਤ ਪਾਤ ਦੇ ਸਿਸਟਮ 'ਚ ਯਕੀਨ ਕਰਦੇ ਹਾਂ, ਤੇ ਨਾ ਜਿਹੜੇ ਮਤਲਬ ਵੀ ਸਿੱਖਾਂ ਦੇ ਜਿਹੜੇ ਮੇਨ ਆ ਨਾ ਵੀ ਸਿਧਾਂਤ ਮੂਰਤੀ ਪੂਜਾ ਦੀ ਨਹੀਂ ਕਰਨੀ, ਜਾਤ ਪਾਤ 'ਚ ਨਹੀਂ ਕਰਨਾ, ਤੇ ਫਿਰ ਇੱਕ ਜਿਹੜਾ ਆ ਵੀ ਰੱਬ ਜਿਹੜਾ ਆ ਵੀ ਇੱਕ ਉਹਦੇ ਵਿੱਚ ਹੀ ਯਕੀਨ ਕਰਨਾ। ਇਹਨਾਂ ਨੇ ਡਰਾਮਾ ਇਹ ਕਰ ਲਿਆ ਭਈ 33 ਕਰੋੜ ਦੇਵੀ ਦੇਵਤੇ ਜਿਹੜੇ ਆ ਉਹ ਉਸ ਇੱਕੋ ਰੱਬ ਦਾ ਹੀ ਰੂਪ ਆ। ਸੋ ਉਹੋ ਜਿਹਾ ਜਿਹੜਾ ਨਾ ਵੀ ਕਹਿ ਲਓ ਵੀ ਪੈਕੇਜਿੰਗ ਜਿਹੜੀ ਆ ਉਹ ਉਹਨਾਂ ਨੇ ਉਸ ਹਿਸਾਬ ਦੀ ਬਣਾਈ ਇਹਨਾਂ ਨੇ ਆਰੀਆ ਸਮਾਜੀਆਂ ਨੇ ਵੀ ਜਿਹਨੇ ਸਿੱਖਾਂ ਨੂੰ ਵਾਕਈ ਭੰਬਲ ਭੂਸੇ 'ਚ ਪਾਇਆ। ਭਈ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਜਦੋਂ ਗਿਆਨੀ ਦਿੱਤ ਸਿੰਘ ਵਰਗੇ ਜਿਹੜੇ ਆ ਜੇ ਉਹ ਆਰੀਆ ਸਮਾਜੀ ਬਣ ਗਏ ਤੇ ਫਿਰ ਇਹ ਸ਼ੱਕ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਆਰੀਆ ਸਮਾਜ ਦੇ ਇਹਨਾਂ ਦੇ ਕਹਿ ਲਓ ਵੀ ਪ੍ਰੋਪੇਗੰਡੇ ਦੇ ਅਸਰ ਅਧੀਨ ਆ ਗਏ ਤੇ ਉਹ ਜੀ ਘੱਟ ਗੱਲ ਵਾਲੇ ਸੀ ਜਾਂ ਇੱਦਾਂ ਹੀ ਮਤਲਬ ਚੰਗੀ ਤਕੜੀ ਪਲੈਨਿੰਗ ਕਰਕੇ ਆਏ। ਬਿਲਕੁਲ। ਸੋ ਉਹ ਮਤਲਬ ਵੀ ਉਹ ਦਿਮਾਗ ਦੇ ਲੈਵਲ ਦੇ ਉੱਤੇ ਖੇਡ ਖੇਡੀ ਉਹਨਾਂ ਨੇ। ਹੋ ਸਕਦਾ ਸਿਰਫ ਸਿੱਖਾਂ ਨੂੰ ਟਾਰਗੇਟ ਕਰਨ ਲਈ ਉਹਨੇ ਸਾਰਾ ਕੁਝ ਘੜਿਆ ਹੋਵੇ। ਬਿਲਕੁਲ। ਸੋ ਉਹ ਅਜੇ ਵੀ ਮਤਲਬ ਵੀ ਜਿਹੜਾ ਆਰੀਆ ਸਮਾਜੀਆਂ ਦਾ ਸਭ ਤੋਂ ਸਟਰੋਂਗ ਵਿੰਗ ਆ ਉਹ ਹੀ ਆ ਪੰਜਾਬੀ ਹਿੰਦੂ ਦਾ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਵੀ ਇਹ ਜੋ ਕੁਝ ਹੋਇਆ ਵੀ ਇਹ ਕਿਵੇਂ ਹੋਇਆ ਆ ਜੀ। ਤੇ ਬਾਕੀ ਜਿਹੜਾ ਹੈਗਾ ਆ ਵੀ ਆਪਾਂ ਜੇ ਹੁਣ ਅੱਗੇ ਆ ਜਾਈਏ ਕਿਉਂਕਿ ਉਹ ਫਿਰ ਹੌਲੀ ਹੌਲੀ ਕਰਕੇ ਵੀ ਹਿਸਟਰੀ ਜਿਹੜੀ ਆ ਵੀ ਉਹ ਦੇ ਰਹੇ ਆ ਜੀ ਵੀ ਜਿਹਦੇ ਵਿੱਚ ਕਾਫੀ ਪੁਆਇੰਟਾਂ ਦੇ ਉੱਤੇ ਜਿਹੜਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਥੋੜ੍ਹੇ ਸ਼ਬਦਾਂ ਵਿੱਚ ਕਹਿਣੇ ਦੀ ਕੋਸ਼ਿਸ਼ ਕਰਦੇ ਆ ਤੇ ਉਹਦੇ ਵਿੱਚ ਫਿਰ ਕਈ ਤਰ੍ਹਾਂ ਦੇ ਭੁਲੇਖੇ ਵੀ ਪੈਣ ਦੀ ਸੰਭਾਵਨਾ ਹੁੰਦੀ ਆ। ਬਿਲਕੁਲ ਬਿਲਕੁਲ। ਤੇ ਉਹ ਸਾਰਾ ਕੁਝ ਜਿਹੜਾ ਆ ਵੀ ਜਿੱਦਾਂ ਹੁਣ ਆਹ ਸਟੇਟਮੈਂਟ ਜਿਹੜੀ ਹੈ ਨਾ ਵੀ ਐਜ਼ ਇੰਡੀਪੈਂਡੈਂਸ ਫॉर ਇੰਡੀਆ ਡਰੂ ਨੀਅਰ ਇਨ 1947 the Congress party which was leading the fight against the British promised the Sikhs a homeland of their own. In 1944, Jawaharlal Nehru, the first Prime Minister of Free India, declared the brave Sikhs of Punjab are entitled to special consideration. I see nothing wrong in an area set up in the north wherein the Sikhs can also experience the glow of freedom. ਸੋ ਇਹ ਨਹਿਰੂ ਨੇ 1944 ਦੇ ਵਿੱਚ ਕਿਹਾ ਜੀ ਤੇ ਮੇਰੇ ਹਿਸਾਬ ਨਾਲ ਇਹ ਸਟੇਟਮੈਂਟ ਗਾਂਧੀ ਨੂੰ ਵੀ ਦਿੱਤੀ ਜਾਂਦੀ ਹੈ, ਨਹਿਰੂ ਨੇ ਵੀ ਕਹੀ ਹੈ। ਗਾਂਧੀ the non-violent father of modern India was quoted as saying that Sikh friends have no reason to fear that the Congress party will betray them. For the moment it does so, the Congress would not only thereby seal its own doom but that of the country too. ਸੋ ਜੇ ਉਸ ਹਿਸਾਬ ਨਾਲ ਦੇਖੀਏ ਤਾਂ ਫਿਰ ਤਾਂ ਠੀਕ ਹੀ ਆ ਗਾਂਧੀ ਦੀ ਭਵਿੱਖਬਾਣੀ ਕਿਉਂਕਿ 84 ਦੇ ਵਿੱਚ ਉਹਨਾਂ ਨੇ ਸਾਡੇ ਨਾਲ ਦਗਾ ਕੀਤਾ ਆ 66 ਦੇ ਵਿੱਚ ਵੀ ਕੀਤਾ ਪਰ ਚਲੋ 84 ਦੇ ਵਿੱਚ ਤੇ ਉਹ ਸ਼ਰਮ ਹੀ ਲਾਤੀ ਸਾਰੀ ਭਈ ਨੰਗੇ ਧੜ ਹੋ ਕੇ ਤੇ ਉਹਨਾਂ ਨੇ ਸਾਡੇ ਨਾਲ ਦੁਸ਼ਮਣੀ ਨਿਭਾਈ। ਬਿਲਕੁਲ। ਤੇ ਅੱਜ ਕਾਂਗਰਸ ਲੱਭ ਲਓ ਜੇ ਕਿਤੇ ਲੱਭਦੀ ਆ ਤਾਂ ਤੇ ਅੱਜ ਮੁਲਕ ਦਾ ਹਾਲ ਵੀ ਵੇਖ ਲਓ ਇਹ ਕੀ ਹੋਇਆ ਪਿਆ ਆ। ਹੁਣ ਉਹਦੇ ਵਿੱਚ ਜੋ ਆ ਫਾਰਮਰ ਐਜੀਟੇਸ਼ਨ ਹੋ ਰਿਹਾ ਆ ਤੇ ਹੋਰ ਸਾਰਾ ਕੁਝ ਜਿਹੜਾ ਚੱਲਦਾ ਪਿਆ ਆ ਹੁਣ ਉਹ ਜਿੰਨੀਆਂ ਮਰਜ਼ੀ ਚਾਲਾਂ ਚੱਲਣ ਜੋ ਮਰਜ਼ੀ ਕਰੀ ਚੱਲਣ ਵੀ ਆਪਾਂ ਗੱਲ ਵੀ ਕਰਦੇ ਪਏ ਸੀ ਵੀ ਸਿੱਖਾਂ ਨੂੰ ਥੋੜ੍ਹਾ ਜਿਹਾ ਵੀ ਠਰਮੇ ਦੇ ਨਾਲ ਚੱਲਣਾ ਚਾਹੀਦਾ ਵੀ ਜਿੱਦਾਂ ਨਾ ਵੀ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਉਂਦੀ ਪਈ ਸੀ ਵੀ ਜਿਹੜੀ 6 ਜਨਵਰੀ 2021 ਦਾ ਜਿਹੜਾ ਅਮਰੀਕਾ ਦੇ ਵਿੱਚ ਹਮਲਾ ਹੋਇਆ ਜੀ ਉਹਨਾਂ ਦੀ ਪਾਰਲੀਮੈਂਟ ਕੈਪੀਟਲ ਬਿਲਡਿੰਗ ਜਿਹੜੀ ਕਹਿੰਦੇ ਆ ਵੀ ਉਹਦੇ ਉੱਤੇ ਗੋਰਿਆਂ ਨੇ ਕੀਤਾ ਜੀ ਔਰ ਬਕਾਇਦਾ ਮਤਲਬ ਵੀ ਉਹਨੂੰ ਉਹ ਇਨਸਰੈਕਸ਼ਨ ਕਹਿ ਰਹੇ ਬਗਾਵਤ ਵੀ ਤਖਤਾ ਪਲਟਣੇ ਦੀ ਵੀ ਇਹ ਕੋਸ਼ਿਸ਼ ਸੀ। ਪਰ ਅਜੇ ਵੀ ਦੇਖ ਲਓ ਵੀ ਉਹ ਪਾਰਟੀ ਜਿਹੜੀ ਆ ਰਿਪਬਲਿਕਨ ਪਾਰਟੀ ਉਹ ਉਹਨਾਂ ਨੂੰ ਕੰਡੈਮ ਨਹੀਂ ਕਰ ਰਹੀ। ਉਹ ਈਵਨ ਇਹ ਵੀ ਨਹੀਂ ਕਰ ਰਹੇ ਵੀ ਅਸੀਂ ਵੀ ਜਿਹੜੇ ਉਹਨੂੰ ਟਰੰਪ ਨੂੰ ਇੰਪੀਚ ਕਰਨ ਲੱਗੇ ਆ ਤੁਸੀਂ ਜੀ ਭਈ ਉਹਦੇ ਲਈ ਵੀ ਅੱਗੇ ਆ ਸਕੀ ਵੀ ਸ਼ਾਇਦ ਵੀ 17 ਕੁ ਜਿਹੜੇ 50 ਚੋਂ 17 ਕੁ ਰਿਪਬਲਿਕਨ ਜਿਹੜੇ ਆ ਵੀ ਉਹ ਉਹਦੇ ਅਗੇਂਸਟ ਟਰੰਪ ਦੇ ਵੋਟ ਪਾ ਦੂਗੇ ਜੀ। ਹੁਣ ਹਾਲਤ ਇਹ ਆ ਭਈ 45 ਨੇ ਇਹ ਸਟੇਟਮੈਂਟ ਜਾਰੀ ਕਰਤੀ 50 ਦੇ ਵਿੱਚੋਂ ਭਈ ਅਸੀਂ ਨਹੀਂ ਪਾਉਣਾ ਟਰੰਪ ਦੇ ਅਗੇਂਸਟ ਵੋਟ। ਹੁਣ ਉੱਥੋਂ ਤੁਸੀਂ ਅੰਦਾਜ਼ਾ ਲਾਓ ਤੇ ਇੱਧਰੋਂ ਇਹ ਦੇਖੋ ਭਈ ਜਿੱਦਣ ਹੋਇਆ ਆ ਇਨਸੀਡੈਂਟ ਉੱਥੇ ਲਾਲ ਕਿਲੇ ਦੇ ਉੱਤੇ ਝੰਡਾ ਚਲਾਉਣੇ ਵਾਲਾ ਜੀ ਉਹਦੇ ਮਿੰਟਾਂ ਦੇ ਅੰਦਰ ਹੀ ਵੀ ਜਿਹੜਾ ਆ ਵੀ ਰੌਲਾ ਪੈ ਗਿਆ ਸੀਗਾ ਸਾਰੇ ਪਾਸੇ ਵੀ ਆਖੇ ਜੀ ਆ ਫਲਾਨਾ ਜਿਹੜਾ ਇਹ ਜ਼ਿੰਮੇਵਾਰ ਆ ਵੀ ਇਹ ਵੀ ਇਹਨੇ ਦੂਸਰਾ ਧੋਖਾ ਦਿੱਤਾ ਗਦਾਰੀ ਕੀਤੀ ਆ।
ਹੁਣ ਉਹ ਸਾਰਾ ਕੁਝ ਜਿਹੜਾ ਹੈ ਨਾ ਉਹਦੇ ਵਿੱਚ 2-3 ਥਾਵਾਂ ਤੋਂ ਸਟੇਟਮੈਂਟਾਂ ਆਈਆਂ ਆ, ਪਰ ਉਹ ਦੋ ਤਿੰਨ ਥਾਵਾਂ ਤੋਂ ਜਿੱਥੋਂ ਮੈਂ ਸੁਣੀਆਂ ਉਹਨਾਂ 'ਚ ਕੋਈ ਵੀ ਸਿੱਖ ਨਹੀਂ ਜੀ। ਉਹ ਕਹਿੰਦੇ ਵੀ ਠੀਕ ਆ ਵੀ ਜੇ ਹੋ ਗਿਆ ਸੋ ਹੋ ਗਿਆ, ਵੀ ਜੇ ਜਿੰਨੇ ਦੇਰ ਤੋਂ ਉਹ ਲੱਗੇ ਹੋਏ ਆ ਪ੍ਰੋਟੈਸਟ ਕਰਨ ਜੀ, ਭਈ ਜੇ ਉਹਦੇ ਵਿੱਚ ਭਈ ਕਿਸੇ ਨੇ ਤੈਸ਼ ਵਿੱਚ ਆ ਕੇ ਜਾਂ ਗੁੱਸੇ ਦੇ ਵਿੱਚ ਆ ਕੇ ਵੀ ਜੇ ਕੋਈ ਇਹੋ ਜਿਹੀ ਹਰਕਤ ਕਰ ਦਿੱਤੀ ਆ, ਉਹਦੇ ਨਾਲ ਜਿਹੜਾ ਐਜੀਟੇਸ਼ਨ ਆ ਉਹ ਥੋੜੀ ਇਫੈਕਟ ਹੁੰਦਾ ਹੈ, ਉਹਦਾ ਟੀਚਾ ਥੋੜੀ ਖਤਮ ਹੋ ਜਾਂਦਾ ਹੈ। ਟੀਚਾ ਤਾਂ ਫਿਰ ਵੀ ਉਹੀ ਆ। ਸੋ ਉਹ ਜਿਹੜਾ ਹੈ ਨਾ ਵੀ ਸਾਡੇ ਲਈ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਜਿਹੜੀ ਕਿਸੇ ਵੀ ਐਜੀਟੇਸ਼ਨ ਨੂੰ ਭਈ ਇੱਦਾਂ, ਕਿਉਂਕਿ ਅਸਲ ਦੇ ਵਿੱਚ ਸਾਡੇ ਨਾਲ ਗਦਾਰੀਆਂ ਜਿਹੜੀਆਂ ਹੋਈਆਂ ਬਹੁਤ ਜ਼ਿਆਦੀਆਂ ਆ ਤੇ ਅਸੀਂ ਉਸ ਹਿਸਾਬ ਨਾਲ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਵੀ ਨਹੀਂ ਕਰ ਸਕੇ। ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਤਾਂ ਕਰਕੇ ਸ਼ਾਇਦ ਅਸੀਂ ਝਾਟੀਆਂ ਕਾਲੇ ਵਗ ਜੀਦਾ ਗਦਾਰ ਕਿਸੇ ਨੂੰ ਡਿਕਲੇਅਰ ਕਰਨ ਲਈ। ਪਰ ਥੋੜਾ ਜਿਹਾ ਠੰਮੇ ਨਾਲ ਚੱਲੀਏ ਵੀ ਜੇ ਮੰਨ ਲਓ ਵੀ ਕੱਲ ਨੂੰ ਕੋਈ ਪਤਾ ਵੀ ਲੱਗਦਾ ਆ ਵੀ ਇਹ ਗਦਾਰ ਸੀਗਾ ਤੇ ਉਹਨੂੰ ਵੀ ਹੈਂਡਲ ਕਰਨੇ ਦੇ ਜਿਹੜੇ ਤਰੀਕੇ ਆ ਵੀ ਉਹ ਇਸ ਹਿਸਾਬ ਦੇ ਹੋਣੇ ਚਾਹੀਦੇ ਆ ਵੀ ਜੇ ਇਹਨੂੰ ਗਦਾਰ ਕਹਿਣਾ ਆ ਉਹਦਾ ਨੈਗੇਟਿਵ ਅਸਰ ਤੁਹਾਡੇ ਟੀਚੇ ਤੇ ਤੁਹਾਡੇ ਐਜੀਟੇਸ਼ਨ ਦੇ ਉੱਤੇ ਨਾ ਹੋਵੇ। ਬਿਲਕੁਲ ਸਾਈਡ ਲਾਈਨ ਕਰਨਾ ਕਰ ਦਿਓ। ਪਰ ਜਿਹੜਾ ਇੱਦਾਂ ਕਹਿ ਲਓ ਭਈ ਸਟੇਟਮੈਂਟਾਂ ਦੇ ਕੇ ਉਹ ਵੀ ਅਨਪਰੂਵਨ ਜਿਹੜੀਆਂ ਭਈ ਕਿਸੇ ਨੂੰ ਹੀਰੋ ਬਣਾਉਣ ਲੱਗਿਆ ਵੀ ਤੇ ਕਿਸੇ ਨੂੰ ਗਦਾਰ ਡਿਕਲੇਅਰ ਕਰਨ ਲੱਗਿਆ ਵੀ ਬਹੁਤ ਧਿਆਨ ਦੀ ਲੋੜ ਹੁੰਦੀ ਹੈ, ਕਿਉਂਕਿ ਇੱਕ ਵਾਰੀ ਜਿਹਨੂੰ ਤੁਸੀਂ ਹੀਰੋ ਬਣਾਤਾ ਉਹਨੂੰ ਦੁਬਾਰਾ ਕੱਲ ਨੂੰ ਜੇ ਤੁਸੀਂ ਥੱਲੇ ਸੁੱਟਣਾ ਹੈ ਤਾਂ ਵੀ ਤੁਹਾਡਾ ਨੁਕਸਾਨ ਹੈ। ਤੇ ਜਿਹਨੂੰ ਅੱਜ ਤੁਸੀਂ ਗਦਾਰ ਡਿਕਲੇਅਰ ਕਰ ਦਿੱਤਾ, ਜੇ ਕੱਲ ਨੂੰ ਪਤਾ ਲੱਗਦਾ ਆ ਵੀ ਉਹ ਗਦਾਰ ਹੈ ਨਹੀਂ ਤੇ ਉੱਥੋਂ ਵੀ ਵਾਪਸ ਮੁੜਨਾ ਜਿਹੜਾ ਆ ਵੀ ਉਹ ਬਹੁਤ ਔਖਾ ਕੰਮ ਹੋ ਜਾਂਦਾ, ਕਿਉਂਕਿ ਉਹਦੇ ਵਿੱਚ ਪਤਾ ਵੀ ਨਹੀਂ ਹੁੰਦਾ ਨਾ ਭਾਜੀ ਕਿ ਹੁਣ ਜਿਹਨੂੰ ਗਦਾਰ ਕਿਹਾ ਜਾ ਰਿਹਾ ਤੇ ਜਿਹਦੇ ਵੱਲੋਂ ਕਿਹਾ ਜਾ ਰਿਹਾ ਉਹਨਾਂ ਦੇ ਆਪਸ 'ਚ ਪਰਸਨਲ ਰਿਲੇਸ਼ਨ ਕਿੱਥੇ ਹੈ। ਬਿਲਕੁਲ ਹੋ ਸਕਦਾ ਉਹ ਆਪਣਾ ਪਰਸਨਲ ਉਹਦੇ ਵਿੱਚ ਕੁਝ ਏਜੰਡਾ ਪੁਸ਼ ਕਰ ਰਿਹਾ ਹੋਵੇ ਤਾਂ ਕਿ ਇਹਨੂੰ ਮੁਹਿੰਮ ਤੋਂ ਪਰੇ ਕੀਤਾ ਜਾਵੇ, ਜਾਂ ਮਤਲਬ ਜੇ ਮੈਂ ਸਪੈਸੀਫਿਕਲੀ ਇਸ ਗੱਲ ਦੀ ਇਸ ਐਜੀਟੇਸ਼ਨ ਦੀ ਗੱਲ ਕਰਾਂ, ਬਿਲਕੁਲ ਇਹ ਵੀ ਨਹੀਂ ਪਤਾ ਲੱਗਦਾ ਨਾ ਭਈ ਇਹ ਵੀ ਹੋ ਸਕਦਾ ਆ ਵੀ ਕੋਈ ਗਦਾਰ ਜਿਹੜਾ ਆ ਉਹੋ ਹੀ ਕਿਸੇ ਸਹੀ ਬੰਦੇ ਨੂੰ ਗਦਾਰ ਡਿਕਲੇਅਰ ਕਰਕੇ ਤੇ ਆਪਣਾ ਲਾਹਾ ਲੈ ਰਿਹਾ। ਬਿਲਕੁਲ ਭਾਜੀ ਬਿਲਕੁਲ, ਉਹ ਚੀਜ਼ਾਂ ਨੂੰ ਜ਼ਰੂਰ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ। ਬਾਕੀ ਜਿਹੜਾ ਮੇਨ ਐਜੀਟੇਸ਼ਨ ਦਾ ਜਿਹੜਾ ਟੀਚਾ ਹੈ ਤੁਸੀਂ ਉਸ ਟੀਚੇ ਵੱਲ ਵਧੋ, ਕਿਉਂਕਿ ਸਰਕਾਰਾਂ ਨੇ ਤਾਂ ਪਾਲਿਸੀਜ਼ ਖੇਡਣੀਆਂ ਹੁੰਦੀਆਂ ਕਿ ਕਿੱਦਾਂ ਤੁਹਾਨੂੰ ਜਿਹੜਾ ਤੁਹਾਡਾ ਟੀਚਾ ਉਹ ਤੋਂ ਭਟਕਾਇਆ ਜਾਵੇ। ਤੇ ਉਹ ਕੁਝ ਹੱਦ ਤੱਕ ਉਹ ਕਾਮਯਾਬ ਵੀ ਹੋ ਗਏ ਸੀਗੇ, ਲੇਕਿਨ ਜਿੱਦਾਂ ਕਹਿੰਦੇ ਆ ਨਾ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਰਕੇ, ਕਿਉਂਕਿ ਮੇਨ ਸਟ੍ਰੀਮ ਜਿਹੜਾ ਜਿਹਨੂੰ ਆਪਾਂ ਗੋਦੀ ਮੀਡੀਆ ਕਹਿੰਦੇ ਨੇ, ਉਹਨਾਂ ਨੇ ਉਹ ਕੁਛ ਨਹੀਂ ਦਿਖਾਇਆ ਜੋ ਸਾਰਥਕ ਸੀਗਾ ਜਾਂ ਜੋ ਪੋਜ਼ਿਟਿਵ ਸੀਗਾ। ਈਵਨ ਜਦੋਂ ਉਹ ਕਲੈਸ਼ਿਸ ਹੋਈਆਂ ਆ ਉਹਦੇ ਵਿੱਚ ਜਿੱਦਾਂ ਸਿੱਖਾਂ ਨੇ ਕਹਿ ਲਓ ਜਾਂ ਕਿਸਾਨਾਂ ਨੇ ਕਹਿ ਲਓ ਕਿੱਦਾਂ ਪੁਲਿਸ ਵਾਲਿਆਂ ਨੂੰ ਵੀ ਬਚਾਇਆ ਆ, ਉਹ ਕੁਛ ਨਹੀਂ ਦਿਖਾਇਆ ਗਿਆ ਹੈਗਾ। ਲੇਕਿਨ ਜਿੱਦਾਂ ਉਹਨਾਂ ਦੇ ਵਾਸਤੇ ਕੂੜ ਪ੍ਰਚਾਰ ਕੀਤਾ ਗਿਆ ਹੈ ਉਹ ਬੜੇ ਵੱਡੇ ਪੱਧਰ ਤੇ ਮੀਡੀਆ ਨੇ ਦਿਖਾਇਆ। ਲੇਕਿਨ ਜਿੱਦਾਂ ਮਤਲਬ ਕਹਿੰਦੇ ਆਪਾਂ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਰਕੇ ਉਹ ਸਾਰਾ ਕੁਝ ਵੀ ਸਾਹਮਣੇ ਆ ਰਿਹਾ। ਚਲੋ ਟੁੱਟਵੀਆਂ ਵੀਡੀਓਜ਼ ਦੇ ਵਿੱਚ ਆ ਰਿਹਾ, ਲੇਕਿਨ ਸਾਹਮਣੇ ਆ ਰਿਹਾ ਹੈਗਾ ਤੇ ਉਹਦੇ ਕਰਕੇ ਲੋਕੀ ਸਿਆਣੇ ਵੀ ਹੋ ਗਏ ਆ, ਇੱਕ ਇਮਿਊਨਿਟੀ ਵੀ ਬਣ ਗਈ ਹੈਗੀ ਆ ਕਿ ਕਿੱਦਾਂ ਹੈ ਨਾ ਇਹ ਸਰਕਾਰਾਂ ਕਿੱਦਾਂ ਗੇਮਾਂ ਖੇਡਦੀਆਂ। ਤੇ ਮਤਲਬ 1-2 ਦਿਨ ਨੂੰ ਫਰਕ ਲੱਗਿਆ ਕਿ ਕੁਛ ਜਿਹੜੀ ਮੁਹਿੰਮ ਹੈ ਖਤਰੇ 'ਚ ਨਾ ਪਏ, ਲੇਕਿਨ ਹੁਣ ਵਾਪਸ ਉਹ ਟਰੈਕ ਤੇ ਸਾਰਾ ਕੁਝ ਹੌਲੀ ਆ ਰਿਹਾ, ਜਿਹੜੀ ਇੱਕ ਵਧੀਆ ਗੱਲ ਵੀ ਹੈਗੀ। ਬਿਲਕੁਲ ਉਹ ਚੀਜ਼ਾਂ ਦਾ ਹਾਂਜੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਨੂੰ ਈਵਨ ਮੈਂ ਜਿਹੜੇ ਹੁਣ ਆਪਾਂ ਇਹਨਾਂ ਦੇ ਵਿੱਚ ਕੁਝ ਪੱਤਰਕਾਰ ਹੈਗੇ ਆ ਜਿਹੜੇ ਹਜੇ ਜਿਨ੍ਹਾਂ 'ਚ ਇਨਸਾਨੀਅਤ ਜਿੰਦਾ ਆ ਜਾਂ ਇਮਾਨਦਾਰੀ ਜਿੰਦਾ ਆ, ਉਹਨਾਂ ਨੇ ਹੁਣ ਜੇ ਆਪਾਂ ਥੋੜਾ ਜਿਹਾ ਉਸ ਐਂਗਲ ਤੋਂ ਵੀ ਦੇਖ ਲਈਏ, ਉਹ ਕਹਿੰਦੇ ਕਿ 26 ਜਨਵਰੀ ਦੀ ਪਰੇਡ ਚੱਲ ਰਹੀ ਹੈ ਅੰਦਰ, ਉੱਥੇ ਜਦੋਂ ਪੰਜਾਬ ਦੀ ਆਉਂਦੀ ਹੈ ਝਾਂਕੀ ਕਹਿ ਲਓ ਜਾਂ ਪੰਜਾਬ ਦੀ ਜਿਹੜੀ ਉਹ ਆਉਂਦੀ ਹੈਗੀ ਹੈ ਤੇ ਉਹਦੇ 'ਚ ਅੰਦਰ ਕੁਦਰਤੀ ਉਸ ਦਿਨ ਵੀ ਨਿਸ਼ਾਨ ਸਾਹਿਬ ਝੂਲ ਰਹੇ ਸੀਗੇ ਉਸ ਝਾਂਕੀ ਦੇ ਵਿੱਚ, ਤੇ ਉੱਥੇ ਕਹਿੰਦਾ ਉਹੀ ਸੇਮ ਝੰਡਾ ਬਾਹਰ ਝੁਲਾ ਦਿੱਤਾ ਗਿਆ ਤੇ ਤੁਸੀਂ ਉਹਨੂੰ ਖਾਲਿਸਤਾਨੀ ਝੰਡਾ ਕਿੱਦਾਂ ਬਣਾ ਦਿੱਤਾ। ਬਿਲਕੁਲ ਮਤਲਬ ਇਹ ਅਸੀਂ ਨਹੀਂ ਕਹਿ ਰਹੇ, ਇਹ ਹਿੰਦੂ ਮੀਡੀਆ ਜੇ ਮਤਲਬ ਜੇ ਆਪਾਂ ਉਹਨੂੰ ਦੇਖਣਾ ਕਿ ਕੌਣ ਸੀਗਾ ਉਹ ਜਿਹੜੇ ਉੱਥੇ ਹਿੰਦੂ ਮੀਡੀਆ ਦੇ ਵਿੱਚ ਜਿਹੜਾ ਪ੍ਰੋਪਰ ਕੋਈ ਜਰਨਲਿਸਟ ਹੈਗੇ ਆ, ਚਾਹੇ ਰਵੀਸ਼ ਕੁਮਾਰ ਹੈਗਾ, ਇੱਕ ਦੋ ਹੋਰ ਸੀਗੇ ਜਿਹਨਾਂ ਦਾ ਨਾਮ ਮੈਨੂੰ ਪਤਾ ਨਹੀਂ, ਲੇਕਿਨ ਉਹ ਪਰਸੂਨ ਬਾਜ ਪਈ ਆ ਹਾਂਜੀ ਸ਼ਾਇਦ, ਤੇ ਇੱਕ ਕੋਈ ਸ਼ਰਮਾ ਸੀਗਾ, ਤੇ ਮਤਲਬ ਉਹ ਇੱਕ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਆ, ਉਹ ਇੱਕ ਮਤਲਬ ਇੱਕ ਜੈਨੂਇਨ ਸਵਾਲ ਚੱਕ ਰਹੇ ਆ। ਤੇ ਉੱਥੇ ਸਾਨੂੰ ਜਿਹੜੇ ਸਾਡੇ ਬੰਦੇ ਇਹ ਰੌਲਾ ਪਾ ਰਹੇ ਆ ਕਿ ਇਹ ਜੀ ਖਾਲਿਸਤਾਨ ਦੇ ਝੰਡੇ ਝੁਲਾਤੇ, ਇਹ ਕਰਤਾ ਉਹ ਕਰਤਾ, ਉਹ ਚੀਜ਼ ਨੂੰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਆ। ਕੋਈ ਵੀ ਸਟੇਟਮੈਂਟ ਦੇਣ ਵੇਲੇ ਸਾਨੂੰ ਕਾਹਲੇ ਨਹੀਂ ਪੈਣਾ ਚਾਹੀਦਾ, ਕਿਉਂਕਿ ਬਾਅਦ 'ਚ ਫਿਰ ਸਾਨੂੰ ਪਛਤਾਣਾ ਵੀ ਪੈ ਸਕਦਾ ਹੈ ਕਿ ਭਾਈ ਅਸੀਂ ਇਦਾਂ ਦੀ ਸਟੇਟਮੈਂਟਾਂ ਕਿਉਂ ਦਿੱਤੀਆਂ ਹੈਗੀਆਂ। ਨਹੀਂ ਬਹੁਤ ਸਹੀ ਗੱਲ ਆ, ਔਰ ਇਹ ਧਿਆਨ ਮੰਗਦੀ ਸਾਡਾ। ਔਰ ਗੱਲ ਇਹ ਵੀ ਆ ਵੀ ਸਾਨੂੰ ਲੋੜ ਵੀ ਇਸੇ ਚੀਜ਼ ਦੀ ਆ ਵੀ ਐਕਸਪੀਰੀਅੰਸ ਜਿਹੜੇ ਆ ਵੀ ਉਹਨਾਂ ਤੋਂ ਸਿੱਖੀਏ। ਜੀ ਬਿਲਕੁਲ
ਔਰ ਸਿੱਖ ਕੇ ਤੇ ਉਹਨਾਂ ਨੂੰ ਇੱਦਾਂ ਡਾਕੂਮੈਂਟ ਕਰੀਏ ਵੀ ਹਰ ਵਾਰੀ ਅਸੀਂ ਇਹ ਨਾ ਵੇਟ ਕਰੀਏ ਵੀ ਹੁਣ ਜਿਹੜੀ ਨਵੀਂ ਜਨਰੇਸ਼ਨ ਆ ਜੀ ਉਹ ਐਕਸਪੀਰੀਅੰਸ ਲਊਗੀ ਤੇ ਫੇਰ ਹੀ ਸਿੱਖੂਗੀ। ਜਿਹੜੇ ਸਾਡੇ ਐਕਸਪੀਰੀਅੰਸ ਆ ਉਹਨਾਂ ਨੂੰ ਅਗਲੀ ਜਨਰੇਸ਼ਨ ਤੱਕ ਕਿਵੇਂ ਪਹੁੰਚਾਉਣਾ ਹੈ, ਉਹਦਾ ਵੀ ਸਾਡੇ ਕੋਲੇ ਮੈਥਡੋਲੋਜੀ ਜਿਹੜੀ ਆ ਵੀ ਉਹ ਇਸ ਵੇਲੇ ਮਿਸਿੰਗ ਆ। ਉਹ ਬ੍ਰਿਜ ਹੋਣਾ ਚਾਹੀਦਾ, ਬ੍ਰਿਜ ਹੋਣਾ ਚਾਹੀਦਾ ਵੀ ਤਾਂ ਕਿ ਵੀ ਜਿਹੜੇ ਇੱਕ ਜਨਰੇਸ਼ਨ ਦੇ ਐਕਸਪੀਰੀਅੰਸ ਨੇ ਉਹ ਅਗਲੀ ਜਨਰੇਸ਼ਨ ਨੂੰ ਉਹਨਾਂ ਸਿਚੁਏਸ਼ਨਸ ਲਈ ਤਿਆਰ ਕਰ ਜਾਣ। ਬਾਕੀ ਜਿਹੜੇ ਉਹਨਾਂ ਦੇ ਨਵੇਂ ਆਪਣੇ ਨਵੇਕਲੇ ਐਕਸਪੀਰੀਅੰਸ ਹੋਣੇ ਆ ਉਹ ਤੇ ਹੋਣੇ ਹੀ ਆ, ਉਹਨਾਂ ਤੋਂ ਜਿਹੜੇ ਉਹਨਾਂ ਨੇ ਨਵੇਕਲੇ ਸਬਕ ਲੈਣੇ ਆ ਉਹ ਲੈਣੇ ਆ। ਪਰ ਜਿਹੜੇ ਸਬਕ ਸਾਡੀ ਜਨਰੇਸ਼ਨ ਲੈ ਰਹੀ ਆ ਉਹ ਤੇ ਕਮ ਸੇ ਕਮ ਅਸੀਂ ਪਾਸ ਔਨ ਕਰਤੀ ਤਾਂ ਕਿ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਆ ਵੀ ਉਹ ਵਧੇ ਤੇ ਉਹ ਉਹਨਾਂ ਦੀ ਜਿਹੜੀ ਮਾਨਸਿਕਤਾ ਆ ਉਹ ਸਟਰੋਂਗ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਜੀ ਧਿਆਨ ਮੰਗਦੀਆਂ ਨੇ ਤੇ ਉਹ ਸਾਰਾ ਕੁਝ ਜਿਹੜਾ ਆ ਵੀ ਹੌਲੀ ਹੌਲੀ ਅਸੀਂ ਕਰਕੇ ਤੇ ਆਪਣੇ ਸਾਡੇ ਵੱਲੋਂ ਜੋ ਕੁਝ ਬਣਦਾ ਆ ਸਾਡਾ ਉਹ ਅਸੀਂ ਕਰੀ ਚੱਲਦੇ ਹਾਂ। ਠੀਕ ਹੈ, ਇਹ ਬਿਲਕੁਲ ਸਹੀ ਗੱਲ ਹੈ ਭਾਜੀ ਕਿ ਧਿਆਨ ਨੇ ਸਾਨੂੰ ਇੰਨਾ ਕੁ ਰੱਖਣਾ ਚਾਹੀਦਾ ਆ ਜਿੰਨਾ ਕੁ ਹੁਣ ਅਸੀਂ ਇਸ ਕਿਤਾਬ ਨੂੰ ਪੜ੍ਹਿਆ ਹੈ ਕਿ ਕਿਉਂਕਿ ਉਹ ਤੋਂ ਪਤਾ ਚੱਲਦਾ ਹੈ ਕਿ ਸਰਕਾਰਾਂ ਕਿੱਡੇ ਵੱਡੇ ਪੱਧਰ 'ਤੇ ਕਿੰਨੀ ਬਰੀਕੀ ਨਾਲ ਗੇਮਾਂ ਖੇਡਦੀਆਂ ਨੇ ਤੇ ਜਿਹੜਾ ਤੁਹਾਡੇ ਦਿਮਾਗ ਨੂੰ ਬਿਲਕੁਲ ਘੁਮਾ ਦਿੰਦੀਆਂ। ਤੁਹਾਨੂੰ ਜਿਹੜਾ ਝੂਠ ਹੈ ਇੱਦਾਂ ਪੇਸ਼ ਕੀਤਾ ਜਾਂਦਾ ਆ ਕਿ ਜਿੱਦਾਂ ਇਹੀ ਅਖੀਰਲਾ ਸੱਚ ਆ ਤੇ ਬੰਦੇ ਬਲੀਵ ਵੀ ਕਰ ਲੈਂਦੇ ਨੇ ਕਿਉਂਕਿ ਪੇਸ਼ ਉਸ ਹਿਸਾਬ ਨਾਲ ਕੀਤਾ ਜਾਂਦਾ, ਪ੍ਰੈਜੈਂਟੇਸ਼ਨ ਉਹਦੀ ਇੰਨੀ ਸਟਰੋਂਗ ਇੰਨੀ ਤਕੜੀ ਹੁੰਦੀ ਹੈਗੀ ਆ ਤੇ ਗੱਲ ਉਹ ਵਾਪਸ ਵੜ ਕੇ ਮੁੜ ਕੇ ਉੱਥੇ ਹੀ ਆ ਜਾਂਦੀ ਜਿਹੜੀ ਗੱਲ ਆਪ ਜੀ ਕਰਦੇ ਸੀ। ਜਿਹੜੀ ਗੁਰੂ ਪਾਤਸ਼ਾਹ ਨੇ ਸਾਨੂੰ ਖੁਦ ਮੁਖਤਿਆਰੀ ਬਖਸ਼ੀ ਸੀਗੀ, ਜੇ ਉਹ ਖੁਦ ਮੁਖਤਿਆਰੀ ਸਾਡੇ ਕੋਲ ਹੁੰਦੀ, ਜੇ ਉਹ ਪਰਖਣ ਦੀ ਜਾਂਚ ਸਾਡੇ ਕੋਲ ਹੁੰਦੀ, ਜਿਹੜੀ ਸੀਗੀ ਸਾਡੇ ਕੋਲ ਸਾਡੇ ਪੁਰਖਿਆਂ ਕੋਲ ਸੀਗੀ ਅਸੀਂ ਗਵਾ ਲਿੱਤੀ ਹੈ, ਉਹ ਜੇ ਉਹ ਜਾਂਚ ਸਾਡੇ ਕੋਲ ਹੁੰਦੀ ਤਾਂ ਅਸੀਂ ਇਹੋ ਜਿਹੇ ਜਿਹੜੇ ਝੂਠ ਸੱਚ ਬਣਾ ਕੇ ਪੇਸ਼ ਕੀਤੇ ਜਾਂਦੇ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਪੇਸ਼ ਕੀਤੇ ਜਾਂਦੇ ਨੇ, ਇਹਨਾਂ ਦੇ ਪਰਦੇ ਦੇ ਪਿੱਛੇ ਦੀ ਜਿਹੜੀ ਸੱਚਾਈ ਹੈ ਉਹ ਅਸੀਂ ਜਾਣ ਸਕਦੇ, ਉਹਨਾਂ ਤੋਂ ਅਸੀਂ ਅਵੇਸ ਲੈਣਾ ਰਹਿੰਦੇ ਤਾਂ ਅਸੀਂ ਆਪਣਾ ਜਿਹੜਾ ਭਵਿੱਖ ਹੋਣ ਵਾਲਾ ਉਹ ਸੋਚ ਅਸੀਂ ਆਪਾਂ ਵਾਪਸ ਅਡੋਪਟ ਕਰ ਲਈਏ ਜਿਹੜੀ ਖੁਦ ਮੁਖਤਿਆਰੀ ਗੁਰੂ ਪਾਤਸ਼ਾਹ ਬਖਸ਼ ਕੇ ਗਏ ਸੀਗੇ। ਜਿਹੜੇ ਫਿਊਚਰ ਦੇ ਵਿੱਚ ਹੋਣ ਵਾਲੇ ਜਿਹੜੇ ਸਾਡੇ ਕੌਮੀ ਨੁਕਸਾਨ ਆ ਅਸੀਂ ਉਹਨਾਂ ਨੂੰ ਘਟਾ ਸਕਦੇ, ਉਹਨਾਂ ਨੁਕਸਾਨਾਂ ਤੋਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਬਿਲਕੁਲ ਜੀ। ਤੇ ਇੱਕ ਆਖਰੀ ਪੈਰਾ ਜਿਹੜਾ ਆ ਇਹ ਆਪਾਂ ਪੜ੍ਹ ਦਈਏ ਜੀ ਤੇ ਇਹਨੂੰ ਡਿਸਕਸ ਜਿਹੜਾ ਆ ਕਿਉਂਕਿ ਇਹਦੇ ਵਿੱਚ ਬਹੁਤ ਚੀਜ਼ਾਂ ਨੇ ਵੀ ਜਿਹੜੀਆਂ ਫਰਦਰ ਐਕਸਪਲੇਨੇਸ਼ਨ ਮੰਗਦੀਆਂ ਆ ਜੀ ਤੇ ਡੂੰਘੀ ਵਿਚਾਰ ਮੰਗਦੀਆਂ ਤੇ ਉਹ ਆਪਾਂ ਫਿਰ ਅਗਲੇ ਹਫਤੇ ਇਹਨੂੰ ਡਿਸਕਸ ਕਰਾਂਗੇ ਕਿਉਂਕਿ ਇਹਦੇ ਵਿੱਚ ਬਹੁਤ ਮੁੱਦੇ ਨੇ ਵੀ ਜਿਨ੍ਹਾਂ ਨੇ ਚਾਨਣਾ ਪਾਉਣਾ ਵੀ ਅੱਜ ਦੀ ਹਾਲਤ ਦੇ ਉੱਤੇ। ਜੀ ਇਹ ਸਟੇਟਮੈਂਟ ਹੈਗੀ ਆ ਜੀ MJ ਅਕਬਰ ਦੀ ਤੇ ਰਿਟਨ ਇਨ 1985। ਜਰਨਲਿਸਟ ਸੀਗਾ ਤੇ ਕਾਂਗਰਸ ਦਾ ਖਾਸਾ ਸਪੋਰਟਰ ਸੀ ਤੇ ਇੰਦਰਾ ਗਾਂਧੀ ਨੇ ਤੇ ਨਹੀਂ ਮੇਰਾ ਖਿਆਲ ਰਾਜੀਵ ਗਾਂਧੀ ਨੇ ਸ਼ਾਇਦ ਇਹਨੂੰ ਰਾਜ ਸਭਾ ਦਾ ਮੈਂਬਰ ਵੀ ਬਣਾਇਆ ਹੈ। ਠੀਕ ਹੈ। ਤੇ ਉਹ ਲਿਖਦਾ ਆਪਣੀ ਕਿਤਾਬ ਦੇ ਵਿੱਚ ਭਈ ਇਟ ਸਾਊਂਡਡ ਨਾਈਸ ਬਟ ਐਜ਼ ਦਾ ਸਿੱਖਸ ਡਿਸਕਵਰਡ ਆਫਟਰ ਅਗਸਟ 1947 ਇਟ ਵਾਜ਼ ਨਾਟ ਮੱਚ ਆਫ ਅ ਡੀਲ। ਇਹ ਗੱਲ ਕਰ ਰਿਹਾ ਉਹ ਜਿਹੜੀ ਆਪਾਂ ਉੱਪਰ ਸਟੇਟਮੈਂਟ ਪੜ੍ਹੀ ਨਾ ਗਾਂਧੀ ਦੀ ਤੇ ਨਹਿਰੂ ਦੀ ਆ ਤੇ ਇਨਸਟੈਡ ਆਫ ਦਾ ਗਲੋ ਆਫ ਫਰੀਡਮ ਦੇਅਰ ਵਾਜ਼ ਓਨਲੀ ਦਾ ਸ਼ੈਡੋ ਆਫ ਅ ਹਿੰਦੂ ਮੈਜੋਰਿਟੀ। In addition, the Punjab was partitioned by the British into two parts. The new province was to have 44% of the population of United Punjab against only 38% of the land. Most of the canal irrigated and fertile virgin land was left in the West Punjab, which would become part of Pakistan. Even Nankana Sahib, Nanak's birthplace, was given to Pakistan by a London lawyer appointed to partition a country he had never visited. More than 1 million Sikhs and Muslims died in riots as the two crisscrossed to their new home. Then when India's constitution was being drawn up, the Sikh representatives walked out in protest because the chapter on religious freedom made no distinction between the Sikhs and the Hindu sects. While the rest of the country was being divided into states and provinces along linguistic lines, Punjab seethed with anger. Finally, in 1966, Prime Minister Gandhi, Nehru's daughter and successor, formed a truncated Punjabi-speaking state where the Sikhs were in a slim majority. The Sikhs, although dissatisfied, turned what was left of Punjab into India's granary. Supplying most of the country's wheat, their entrepreneurship knew no bounds. So ਮਤਲਬ ਵੀ ਇਹ ਜਿਹੜਾ ਆ ਵੀ ਪਿੱਛੇ ਇੰਨਾ ਕੁਝ ਹੋ ਚੁੱਕਿਆ ਵੀ ਔਰ ਇਹ 1989 ਦੇ ਵਿੱਚ ਲਿਖੀ ਆ ਅੱਜ ਤੋਂ 30 ਸਾਲ ਪਹਿਲਾਂ ਤੇ ਅੱਜ ਦੀ ਹਾਲਾਤ ਵੇਖੋ ਵੀ ਜਦੋਂ ਇਹ ਕਿਹਾ ਜਾ ਰਿਹਾ ਵੀ ਉਹੀ ਜਿਹੜੇ ਕਹਿ ਲਓ ਵੀ ਪੰਜਾਬ ਪਹਿਲਾਂ ਉਹਨਾਂ ਨੇ ਜਿਹੜਾ ਟੋਟਲ ਪੰਜਾਬ ਸੀ ਉਹਦਾ 44% ਜਿਹੜਾ ਆ ਉਹਦਾ ਪੰਜਾਬ ਇੱਧਰ ਬਣਾਇਆ ਸਾਡੇ ਕੋਲੇ,
ਫਿਰ ਉਹਨੂੰ 3 ਹਿੱਸਿਆਂ 'ਚ ਵੰਡ ਦਿੱਤਾ। ਬਿਲਕੁਲ। ਹੁਣ ਜਿਹੜਾ ਉਹ ਤੀਜਾ ਹਿੱਸਾ ਆ, ਕਹਿ ਲਓ ਵੀ ਅੱਧੇ ਤੋਂ ਘੱਟ ਦਾ ਵੀ ਤੀਜਾ ਹਿੱਸਾ, ਉਹਨੂੰ ਅਖੇ ਵੀ ਹੁਣ ਉਹ ਫਰਦਰ ਅਖੇ ਜਿਹੜਾ ਆ ਵੀ ਉਹ ਕਹਿ ਲਓ ਵੀ ਗਰੀਬ ਕਰਨ ਦੇ ਉੱਤੇ ਲੱਗੇ ਆ, ਮਾਰਨ ਤੇ ਲੱਗੇ ਆ। ਇਹ ਆ ਜੈਨੋਸਾਈਡ। ਤੇ ਇਹ ਦੇਖ ਲਓ ਵੀ 47 ਤੋਂ ਲੈ ਕੇ ਹੁਣ ਤੱਕ ਭਈ 73 ਸਾਲ ਹੋ ਗਏ, ਤੇ ਉਹਦੇ ਵਿੱਚ ਇਹ ਸਭ ਕੁਝ ਜਿਹੜਾ ਆ ਵੀ ਇਹ ਕੀਤਾ ਜਾ ਰਿਹਾ। ਤੇ ਇਹ ਸਾਨੂੰ ਤਾਂ ਕਰਕੇ ਸਾਰਾ ਕੁਝ ਸਮਝਣੇ ਦੀ ਲੋੜ ਆ। ਇਹਨੂੰ ਆਪਾਂ ਅਗਲੇ ਹਫਤੇ ਫਿਰ ਚੰਗੀ ਤਰ੍ਹਾਂ ਡੂੰਘਾਈ ਦੇ ਵਿੱਚ ਵਿਚਾਰਦੇ ਹਾਂ। ਬਿਲਕੁਲ ਜੀ, ਬਿਲਕੁਲ। ਤੇ ਠੀਕ, ਸਹੀ ਗੱਲ ਹੈ ਭਾਜੀ। ਤੇ ਫਿਰ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।